Hi everyone, I hope you all are doing well. In today's video, we are going to discuss about the single template for task 2. I am challenging to everyone, you can definitely get 7 plus band scores in your first attempt in your final IELTS exam by using this template. So in today's video, I'm going to discuss about some of the IELTS writing tips, some of the tricks and other informational video. So that you can get your desired band scores. So before starting our today's video, it's my humble request to everyone, please like, share and subscribe my YouTube channel so that I will feel motivated and I will upload some other videos related to other modules like reading, listening and speaking, and you can also get help in other modules. So let's start our today's video. So first of all, I just want to discuss about table of content, like what we are going to cover in today's session. First of all, we will discuss about the overview and the tips. After that, deep discussion of a template for task 2. Then we will discuss about by using the template, how we can write an introduction, how we can write body paragraph 1, how to write body paragraph 2, at the end, how to write the conclusion. So at the end of the video, you will also get the sample paper of the task 2 by using the same template. So guys, ਮੈਂ ਤੁਹਾਡੇ ਨਾਲ ਇੱਕ ਟਿਪ ਸ਼ੇਅਰ ਕਰਨਾ ਚਾਹੁੰਦੀ ਹਾਂ ਆਇਲਸ ਰਾਈਟਿੰਗ ਦੇ ਰਿਗਾਰਡਿੰਗ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਮੈਂ ਲਿਖਿਆ ਹੋਇਆ ਹੈ ਮੈਨੇਜ ਯੂਰ ਟਾਈਮ, ਰਿਮੈਂਬਰ ਟਾਸਕ 2 brings your twice as many points as task 1। ਸੋ ਇਹ ਟਿਪ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੇਰਾ ਜਿਹੜਾ ਏਮ ਹੈ ਉਹ ਇਹ ਹੈਗਾ ਕਿ ਤੁਹਾਨੂੰ ਜਿਹੜੀ ਟਾਈਮ ਮੈਨੇਜਮੈਂਟ ਹੈ ਉਹ ਕਰਨੀ ਆ ਜਾਏ ਟਾਸਕ 2 ਦੇ ਵਿੱਚ। ਬਿਕੋਜ਼ ਅਗਰ ਤੁਹਾਨੂੰ ਅੱਜ ਟੈਂਪਲੇਟ ਦੀ ਅੰਡਰਸਟੈਂਡਿੰਗ ਹੋ ਜਾਏਗੀ, ਤੁਹਾਨੂੰ ਆਈਡੀਆ ਜਨਰੇਸ਼ਨ ਕਰਨੀ ਆ ਜਾਏਗੀ, ਤੁਹਾਨੂੰ ਸੈਂਟੈਂਸ ਬਣਾਉਣੇ ਆ ਜਾਣਗੇ, ਤਾਂ ਉਸ ਤੋਂ ਬਾਅਦ ਜਿਹੜਾ ਐਟ ਦਾ ਐਂਡ ਹੋਏਗਾ ਉਹ ਤੁਸੀਂ ਟਾਈਮ ਮੈਨੇਜ ਕਰਨਾ ਹੋਏਗਾ। ਅਗਰ ਤੁਸੀਂ ਟਾਈਮ ਮੈਨੇਜ ਕਰਨਾ ਸਿੱਖ ਲੈਂਦੇ ਹੋ ਤਾਂ ਡੈਫੀਨੇਟਲੀ ਤੁਹਾਡੇ ਰਾਈਟਿੰਗ ਦੇ ਵਿੱਚੋਂ ਵਧੀਆ ਬੈਂਡ ਸਕੋਰ ਆਉਣਗੇ। ਟਾਸਕ 2 ਹੈ ਜਿਹੜਾ ਤੁਹਾਡਾ ਉਹ ਹੋਏਗਾ ਜੀ 6 ਬੈਂਡ ਸਕੋਰਸ ਦਾ ਆਊਟ ਆਫ 9 ਬੈਂਡ ਸਕੋਰਸ। ਜਿਹੜਾ ਟਾਸਕ 1 ਹੋਏਗਾ ਉਹ ਤੁਹਾਡਾ ਹੋਏਗਾ 3 ਬੈਂਡ ਸਕੋਰਸ ਦਾ ਆਊਟ ਆਫ 9 ਬੈਂਡ ਸਕੋਰਸ। ਤਾਂ ਅਗਰ ਤੁਹਾਨੂੰ ਟਾਸਕ 2 ਦੇ ਵਿੱਚੋਂ 6 ਬੈਂਡ ਸਕੋਰ ਅਲਾਟ ਹੋ ਰਹੇ ਨੇ, ਇਟ ਮੀਨਸ ਤੁਹਾਨੂੰ ਟਾਸਕ 2 ਦੇ ਉੱਪਰ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਰੈਦਰ ਦੈਨ ਜ਼ਿਆਦਾ ਟਾਈਮ ਸਪੈਂਡ ਕਰਨ ਦੀ ਬਜਾਏ ਟਾਸਕ 1 ਦੇ ਉੱਪਰ। ਟਾਸਕ 2 ਦੇ ਉੱਪਰ ਤੁਸੀਂ 40 ਮਿੰਟ ਸਪੈਂਡ ਕਰਨੇ ਹੋਣਗੇ ਆਊਟ ਆਫ 60 ਮਿੰਟਸ, ਬਿਕੋਜ਼ ਇਹਦੀ ਬੈਂਡ ਸਕੋਰ ਵੇਟੇਜ ਜ਼ਿਆਦਾ ਹੈ। ਟਾਸਕ 1 ਦੇ ਉੱਪਰ ਤੁਸੀਂ ਜਸਟ 20 ਮਿੰਟਸ ਹੀ ਸਪੈਂਡ ਕਰੋਗੇ। ਅਗਰ ਤੁਸੀਂ ਇਸ ਤਰੀਕੇ ਦੇ ਨਾਲ ਟਾਈਮ ਮੈਨੇਜ ਕਰੋਗੇ ਤਾਂ ਡੈਫੀਨੇਟਲੀ ਜਿਹੜੇ ਤੁਹਾਡੇ ਟਾਸਕ 2 ਨੇ ਐਂਡ ਜਿਹੜਾ ਤੁਹਾਡਾ ਟਾਸਕ 1 ਆ ਉਹਦੇ ਵਿੱਚ ਤੁਹਾਨੂੰ ਅੱਛੇ ਬੈਂਡ ਸਕੋਰ ਅਚੀਵ ਹੋਣਗੇ ਐਂਡ ਤੁਹਾਡਾ ਜਿਹੜਾ ਓਵਰਆਲ ਬੈਂਡ ਸਕੋਰ ਆ ਉਹ ਵੀ ਇੰਪਰੂਵ ਹੋ ਜਾਏਗਾ। ਸੋ ਲੈਟਸ ਟਾਕ ਅਬਾਊਟ ਦਾ ਓਵਰਵਿਊ ਐਂਡ ਦਾ ਟਿਪਸ। ਜਿਹੜਾ ਤੁਹਾਡਾ ਟਾਸਕ 2 ਹੋਏਗਾ, ਫਸਟ ਆਫ ਆਲ ਤੁਹਾਨੂੰ ਉਹਦੇ ਵਿੱਚ ਜਿਹੜਾ ਧਿਆਨ ਰੱਖਣਾ ਹੋਏਗਾ ਉਹ ਵਰਡ ਕਾਊਂਟ ਦਾ ਧਿਆਨ ਰੱਖਣਾ ਹੋਏਗਾ। ਜਿਹੜੀ ਟਾਸਕ 2 ਦੀ ਵਰਡ ਲਿਮਿਟ ਹੈਗੀ ਆ ਤੁਹਾਡੀ ਉਹ 250 ਵਰਡਸ ਦੀ ਹੈਗੀ ਆ ਮਿਨੀਮਮ, ਮੈਕਸੀਮਮ ਤੁਸੀਂ 270 ਵਰਡਸ ਤੱਕ ਲਿਖ ਸਕਦੇ ਹੋ। ਅਗਰ ਤੁਸੀਂ ਟਾਸਕ 2 245 ਵਰਡਸ ਦਾ ਲਿਖਿਆ ਹੋਏਗਾ ਤਾਂ ਹੋ ਸਕਦਾ ਹੈ ਕਿ ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹ ਡਿਡਕਟ ਹੋ ਜਾਣ, ਕਿਉਂਕਿ ਜਿਹੜਾ IDP ਨੇ ਆਪਣਾ ਜਿਹੜਾ ਸਟਰਕਚਰਡ ਹੈਗਾ ਟਾਸਕ 2 ਦੇ ਲਈ ਆਪਾਂ ਨੂੰ ਅਲਾਟ ਕੀਤਾ ਹੋਇਆ ਹੈਗਾ, ਉਸ ਫਾਰਮੈਟ ਦੇ ਅਕੋਰਡਿੰਗ 250 ਵਰਡਸ ਲਿਖਣੇ ਮੈਂਡੇਟਰੀ ਹੈਗੇ ਆ। 270 ਤੋਂ ਲੈ ਕੇ 280 ਵਰਡਸ ਤੱਕ ਤੁਸੀਂ ਅਪਰੋਕਸੀਮੇਟਲੀ ਮੈਕਸੀਮਮ ਵਰਡਸ ਲਿਖ ਸਕਦੇ ਹੈਗੇ ਹੋ। ਨੈਕਸਟ ਹੈਗਾ ਤੁਹਾਡਾ ਡਿਊਰੇਸ਼ਨ। ਟਾਸਕ 2 ਤੁਸੀਂ 40 ਮਿੰਟ ਦੇ ਵਿੱਚ ਕੰਪਲੀਟ ਕਰਨਾ ਹੋਏਗਾ। ਜਿਹੜੇ 40 ਮਿੰਟਸ ਨੇ ਜਿਹੜੇ ਆਪਾਂ ਟਾਸਕ 2 ਨੂੰ ਅਲਾਟ ਕਰ ਰਹੇ ਹਾਂ ਉਹਨਾਂ ਨੂੰ ਆਪਾਂ ਇਫੈਕਟਿਵਲੀ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈਗਾ, ਹੁਣ ਆਪਾਂ ਉਸ ਚੀਜ਼ ਦੀ ਡਿਸਕਸ਼ਨ ਕਰਾਂਗੇ। ਫਸਟ ਆਫ ਆਲ, ਰੀਡ ਦਾ ਸਟੇਟਮੈਂਟ ਕੇਅਰਫੁਲੀ ਫॉर 2 ਮਿੰਟਸ। ਜਦੋਂ ਵੀ ਤੁਸੀਂ ਘਰ ਬੈਠੇ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਕਲਾਸ ਵਿੱਚ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਮੌਕ ਟੈਸਟ ਦੇ ਰਹੇ ਹੋ, ਤੁਸੀਂ ਫਾਈਨਲ ਐਗਜ਼ਾਮ ਦੇ ਰਹੇ ਹੋ, ਤਾਂ ਜਿਹੜੀ ਵੀ ਤੁਹਾਡੀ ਟਾਸਕ 2 ਦੀ ਸਟੇਟਮੈਂਟ ਹੋਏਗੀ ਤੁਸੀਂ ਉਹਨੂੰ ਕਲੀਅਰਲੀ ਕੇਅਰਫੁਲੀ ਰੀਡ ਕਰਨਾ ਹੋਏਗਾ। ਉਹਦਾ ਰੀਜ਼ਨ ਕੀ ਹੈਗਾ, ਤੁਸੀਂ ਫਸਟ ਟਾਈਮ ਸਟੇਟਮੈਂਟ ਰੀਡ ਕਰ ਰਹੇ ਹੋ ਸਕਦਾ ਤੁਹਾਨੂੰ ਪਹਿਲੀ ਵਾਰੀ ਦੇ ਵਿੱਚ ਬੈਟਰ ਅੰਡਰਸਟੈਂਡਿੰਗ ਨਾ ਹੋਈ ਹੋਵੇ, ਤੁਸੀਂ ਦੁਬਾਰਾ ਉਸ ਚੀਜ਼ ਨੂੰ ਰੀਡ ਕਰ ਰਹੇ ਹੋ, ਤੁਹਾਨੂੰ ਦੁਬਾਰਾ ਉਸ ਚੀਜ਼ ਦੀ ਬੈਟਰ ਅੰਡਰਸਟੈਂਡਿੰਗ ਹੋ ਰਹੀ ਹੈ। ਬਿਕੋਜ਼ ਜਿਹੜਾ ਤੁਹਾਡਾ ਐਗਜ਼ਾਮੀਨਰ ਆ ਉਹ ਤੁਹਾਡੇ ਤੋਂ ਐਕਸਪੈਕਟ ਕਰ ਰਿਹਾ ਹੈਗਾ ਕਿ ਤੁਸੀਂ ਜਿਹੜਾ ਕੁਐਸਚਨ ਦਾ ਆਨਸਰ ਹੈ ਉਹ ਕਲੀਅਰ ਤਰੀਕੇ ਦੇ ਨਾਲ ਦਿਓ, ਸੋ ਦੈਟ ਤੁਹਾਨੂੰ ਜਿਹੜਾ ਬੈਂਡ ਸਕੋਰ ਉਹ ਵੀ ਵਧੀਆ ਮਿਲੇ। ਅਗਰ ਆਪਾਂ ਸਟੇਟਮੈਂਟ ਨੂੰ ਹੀ ਗਲਤ ਅਜ਼ਿਊਮ ਕਰ ਲਿਆ ਐਂਡ ਆਪਾਂ ਉਹਦੇ ਰਿਲੇਟਡ ਗਲਤ ਆਈਡੀਆ ਪ੍ਰੈਜ਼ੈਂਟ ਕਰਤਾ, ਜਿਹੜੇ ਤੁਹਾਡੇ ਟਾਸਕ ਰਿਸਪੌਂਸ ਦੇ 25% ਹੁੰਦੇ ਹੈਗੇ ਆ ਉਹ ਡਿਡਕਟ ਹੋ ਜਾਣਗੇ। ਨੈਕਸਟ ਹੈਗਾ ਬ੍ਰੇਨਸਟੋਰਮ ਦਾ ਆਈਡੀਆਜ਼। ਸਟੇਟਮੈਂਟ ਨੂੰ ਰੀਡ ਕਰਨ ਤੋਂ ਬਾਅਦ ਤੁਸੀਂ ਆਈਡੀਆ ਬ੍ਰੇਨਸਟੋਰਮਸ ਕਰਨੇ ਹੋਣਗੇ, ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਆਈਡੀਆਜ਼ ਆ ਰਹੇ ਨੇ, ਡਿਫਰੈਂਟ ਵਿਊਜ਼ ਆ ਰਹੇ ਨੇ, ਤੁਸੀਂ ਉਹਨਾਂ ਨੂੰ ਸੈਪਰੇਟਲੀ ਨੋਟ ਡਾਊਨ ਕਰ ਸਕਦੇ ਹੈਗੇ ਔਰ ਬੁਲਟ ਪੁਆਇੰਟਸ ਬਣਾ ਕੇ 2 ਤੋਂ 3 ਮਿੰਟਸ ਦੇ ਲਈ। ਬ੍ਰੇਨਸਟੋਰਮ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਇਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ। ਦੈਨ ਹੋਏਗਾ
ਰਾਈਟ ਦਾ ਟਾਸਕ, ਜਿਹੜਾ ਤੁਸੀਂ ਟਾਸਕ ਲਿਖਣਾ ਹੋਏਗਾ ਉਹ ਤੁਸੀਂ 30 ਮਿੰਟਸ ਦੇ ਵਿੱਚ ਕੰਪਲੀਟ ਕਰਨਾ ਹੋਏਗਾ। ਆਫਟਰ ਦੈਟ ਤੁਸੀਂ ਪ੍ਰੂਫ ਰੀਡਿੰਗ ਕਰਨੀ ਹੋਏਗੀ 5 ਮਿੰਟਸ ਦੇ ਵਿੱਚ। ਪ੍ਰੂਫ ਰੀਡਿੰਗ ਦੇ ਵਿੱਚ ਤੁਸੀਂ ਆਪਣੇ ਗ੍ਰਾਮਰ ਐਰਰਸ ਚੈੱਕ ਕਰੋਗੇ। ਜਦੋਂ ਤੁਸੀਂ ਸਾਰਾ ਐਸੇ ਲਿਖਣ ਤੋਂ ਬਾਅਦ ਉਹਨੂੰ ਰੀਡ ਕਰੋਗੇ, ਤੁਸੀਂ ਆਪਣੇ ਸੈਂਟੈਂਸ ਸਟਰਕਚਰ ਦੇਖ ਸਕਦੇ ਹੋ, ਤੁਸੀਂ ਆਪਣੇ ਜਿਹੜੇ ਕੈਪੀਟਲ ਲੈਟਰ ਹੋ ਗਏ, ਸਮਾਲ ਲੈਟਰਸ ਹੋ ਗਏ, ਉਹ ਦੇਖ ਸਕਦੇ ਹੋ, ਪੰਕਚੁਏਸ਼ਨਸ ਦੇਖ ਸਕਦੇ ਹੋ। ਤਾਂ ਇਹ ਜਿਹੜੀਆਂ ਸਾਰੀਆਂ ਮਿਸਟੇਕਸ ਨੇ, ਅਗਰ ਤੁਸੀਂ 5 ਮਿੰਟਸ ਦੇ ਵਿੱਚ ਰੀਚੈੱਕ ਕਰ ਲਓਗੇ, ਉਹਨਾਂ ਨੂੰ ਰੀਰਾਈਟ ਕਰ ਲਓਗੇ, ਤਾਂ ਹੋ ਸਕਦਾ ਜਿਹੜੇ ਤੁਹਾਡੇ ਹਾਫ ਬੈਂਡ ਸਕੋਰ ਆ ਉਹ ਆਟੋਮੈਟਿਕਲੀ ਤੁਹਾਡਾ ਜਿਹੜਾ ਹੈਗਾ ਇਨਕਰੀਜ਼ ਹੋ ਜੇ। ਹੁਣ ਆਪਾਂ ਟਾਸਕ 2 ਦੀ ਡਿਸਕਸ਼ਨ ਕਰਾਂਗੇ। ਮੈਂ ਅੱਜ ਇੱਕ ਪ੍ਰੋਪਰ ਜਿਹੜੀ ਸਟੇਟਮੈਂਟ ਹੈਗੀ ਆ ਉਹਦੀ ਹੈਲਪ ਦੇ ਨਾਲ ਤੁਹਾਨੂੰ ਬ੍ਰੇਨਸਟੋਰਮ ਕਰਨਾ ਦੱਸਾਂਗੀ, ਤੁਹਾਨੂੰ ਟੈਂਪਲੇਟ ਦੱਸਾਂਗੀ। ਤੁਹਾਡਾ ਟੈਂਪਲੇਟ ਕੀ ਹੋਏਗਾ, ਐਵਰੀ ਟਾਈਮ ਤੁਸੀਂ ਉਹ ਸੇਮ ਟੈਂਪਲੇਟ ਹੀ ਯੂਜ਼ ਕਰੋਗੇ ਜਦੋਂ ਵੀ ਤੁਸੀਂ ਕੋਈ ਡਿਸਕਸ ਬੋਥ ਵਿਊ ਦਾ ਟੌਪਿਕ ਰਾਈਟ ਕਰੋਗੇ। ਸੋ ਜਿਹੜੀ ਆਪਣੀ ਸਟੇਟਮੈਂਟ ਹੈਗੀ ਆ ਉਹ ਹੈਗੀ ਆ, ਸਮ ਪੀਪਲ ਥਿੰਕ ਦੈਟ ਸਿਟੀਜ਼ ਆਰ ਦੀ ਬੈਸਟ ਪਲੇਸ ਟੂ ਲਿਵ। ਸੋ ਪਹਿਲਾਂ ਆਪਾਂ ਇੱਕ ਸੈਂਟੈਂਸ ਹੀ ਰੀਡ ਕਰਾਂਗੇ, ਉਹਨੂੰ ਅੰਡਰਸਟੈਂਡ ਕਰਾਂਗੇ। ਕੁਛ ਕੁ ਲੋਕ ਇਹ ਕਹਿ ਰਹੇ ਨੇ ਜਿਹੜੀ ਸਿਟੀਜ਼ ਦੀ ਲਾਈਫ ਹੈਗੀ ਆ ਉਹ ਬੈਸਟ ਹੈਗੀ ਆ ਰਹਿਣ ਦੇ ਲਈ। ਅਦਰਸ ਪ੍ਰੈਫਰ ਟੂ ਲਿਵ ਇਨ ਰੂਰਲ ਏਰੀਆਜ਼। ਜਿਹੜੇ ਕੁਛ ਕੁ ਲੋਕ ਨੇ, ਜਿਹੜੇ ਦੂਸਰੇ ਲੋਕ ਨੇ, ਉਹ ਕੀ ਕਹਿ ਰਹੇ ਨੇ ਕਿ ਜਿਹੜੀ ਰੂਰਲ ਏਰੀਆ ਲਾਈਫ ਹੈਗੀ ਆ ਉਹ ਜ਼ਿਆਦਾ ਵਧੀਆ ਹੈਗੀ, ਉਹ ਉੱਥੇ ਰੂਰਲ ਏਰੀਆਜ਼ ਦੇ ਵਿੱਚ ਰਹਿਣਾ ਪ੍ਰੈਫਰ ਕਰ ਰਹੇ ਨੇ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਨ ਓਪੀਨੀਅਨ। ਦੋਨੇ ਵਿਊਜ਼ ਨੂੰ ਤੁਸੀਂ ਡਿਸਕਸ ਕਰੋ ਐਂਡ ਤੁਸੀਂ ਆਪਣਾ ਓਪੀਨੀਅਨ ਦਿਓ। ਤਾਂ ਗਾਈਜ਼ ਇਹ ਜਿਹੜੀ ਸਟੇਟਮੈਂਟ ਸੀ ਮੋਸਟ ਈਜ਼ੀਐਸਟ ਸਟੇਟਮੈਂਟ ਹੈਗੀ ਆ, ਤਾਂ ਇਹਨੂੰ ਆਪਾਂ ਇੱਕ ਵਾਰੀ ਪੜ੍ਹ ਕੇ ਹੀ ਅੰਡਰਸਟੈਂਡ ਕਰ ਲਿਆ ਹੈਗਾ। ਬਟ ਇੰਨੀ ਈਜ਼ੀ ਜਿਹੜੀ ਸਟੇਟਮੈਂਟ ਆ ਉਹ ਐਗਜ਼ਾਮ ਦੇ ਵਿੱਚ ਆਉਣ ਦੇ ਜਿਹੜੇ ਚਾਂਸਿਸ ਆ ਉਹ ਬਹੁਤ ਘੱਟ ਹੁੰਦੇ ਆ। ਤਾਂ ਆਪਾਂ ਨੂੰ ਸਟੇਟਮੈਂਟ ਨੂੰ 2 ਤੋਂ 3 ਵਾਰੀ ਐਟਲੀਸਟ ਰੀਡ ਕਰਨਾ ਹੀ ਚਾਹੀਦਾ ਹੈਗਾ। ਸਟੇਟਮੈਂਟ ਰੀਡ ਕਰਨ ਤੋਂ ਬਾਅਦ ਹੁਣ ਆਪਾਂ ਕਰਾਂਗੇ ਬ੍ਰੇਨਸਟੋਰਮ। ਵਾਈ ਡੂ ਪੀਪਲ ਪ੍ਰੈਫਰ ਟੂ ਲਿਵ ਇਨ ਸਿਟੀਜ਼। ਹੁਣ ਜਦੋਂ ਵੀ ਆਪਾਂ ਸਟੇਟਮੈਂਟ ਰੀਡ ਕੀਤੀ, ਆਪਣੇ ਮਾਈਂਡ ਦੇ ਵਿੱਚ ਆਇਆ ਕਿ ਜਿਹੜੀਆਂ ਸਿਟੀਜ਼ ਨੇ ਉਹ ਜ਼ਿਆਦਾ ਫੈਸਿਲਿਟੀਜ਼ ਪ੍ਰੋਵਾਈਡ ਕਰਦੀਆਂ ਨੇ। ਹੁਣ ਕਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦੀਆਂ ਨੇ? ਐਜੂਕੇਸ਼ਨ, ਇੰਪਲੋਇਮੈਂਟ, ਟਰਾਂਸਪੋਰਟੇਸ਼ਨ, ਇੰਟਰਟੇਨਮੈਂਟ ਐਂਡ ਮੈਨੀ ਮੋਰ। ਆਫਟਰ ਦੈਟ ਆਪਣੇ ਮਾਈਂਡ ਦੇ ਵਿੱਚ ਆਉਂਦਾ ਹੈ ਜਿਹੜੀ ਸਿਟੀ ਆ ਉਹ ਆਪਾਂ ਨੂੰ ਇੱਕ ਲਗਜ਼ਰੀ ਲਾਈਫ ਸਟਾਈਲ ਪ੍ਰੋਵਾਈਡ ਕਰ ਰਹੀ ਹੈ, ਇੱਕ ਡਿਜੀਟਲ ਲਾਈਫ ਸਟਾਈਲ ਪ੍ਰੋਵਾਈਡ ਕਰ ਰਹੀ ਹੈ। ਤਾਂ ਆਪਾਂ 2 ਜਿਹੜੇ ਬੁਲਟ ਪੁਆਇੰਟ ਹੈਗੇ ਉਹ ਆਪਾਂ ਇੱਥੇ ਰਾਈਟ ਕਰ ਲਏ ਹੈਗੇ ਆ, ਸੋ ਦੈਟ ਜਦੋਂ ਆਪਾਂ ਟਾਸਕ ਲਿਖ ਰਹੇ ਹੋਵਾਂਗੇ ਤਾਂ ਉਦੋਂ ਆਪਣੇ ਮਾਈਂਡ ਦੇ ਉੱਪਰ ਸਟ੍ਰੈਸ ਹੋਏਗਾ, ਤਾਂ ਆਪਾਂ ਉਦੋਂ ਆਈਡੀਆਜ਼ ਇਹਨਾਂ ਨੂੰ ਸਕਿਪ ਨਾ ਕਰ ਦਈਏ। ਨੈਕਸਟ ਹੈਗਾ, ਵਾਈ ਡੂ ਸਮ ਪੀਪਲ ਪ੍ਰੈਫਰ ਟੂ ਲਿਵ ਇਨ ਰੂਰਲ ਏਰੀਆਜ਼। ਰੂਰਲ ਏਰੀਆਜ਼ ਪੀਸਫੁਲ ਇਨਵਾਇਰਮੈਂਟ ਹੈਗਾ। ਪੀਸਫੁਲ ਇਨਵਾਇਰਮੈਂਟ ਤੋਂ ਬਾਅਦ ਆਪਣੇ ਮਾਈਂਡ ਵਿੱਚ ਆਏਗਾ ਗਰੀਨਰੀ ਹੁੰਦੀ ਆ ਰੂਰਲ ਏਰੀਆਜ਼ ਦੇ ਵਿੱਚ, ਕਿਉਂਕਿ ਉੱਥੇ ਐਗਰੀਕਲਚਰ ਲੈਂਡ ਹੁੰਦੀ ਆ, ਗਾਰਡਨਿੰਗ ਕਰ ਸਕਦੇ ਹਾਂ ਆਪਾਂ। ਜਿਹੜੇ ਲੋਕ ਨੇਚਰ ਲਵਰ ਹੁੰਦੇ ਆ ਉਹਨਾਂ ਨੂੰ ਪੀਸਫੁਲ ਇਨਵਾਇਰਮੈਂਟ ਦੇ ਉੱਪਰ ਰਹਿਣਾ ਜ਼ਿਆਦਾ ਪਸੰਦ ਹੁੰਦਾ ਹੈਗਾ, ਤਾਂ ਆਪਾਂ ਇੱਥੇ ਰੀਜ਼ਨ ਜਿਹੜਾ ਮੈਂਸ਼ਨ ਕਰ ਸਕਦੇ ਹਾਂ। ਹੈਲਦੀ ਲਾਈਫ ਸਟਾਈਲ ਵਿਦਾਊਟ ਐਨੀ ਸਟ੍ਰੈਸ ਆਪਾਂ ਮੈਂਸ਼ਨ ਕਰ ਸਕਦੇ ਹਾਂ। ਜਿਹੜੀ ਸਿਟੀ ਆ ਉਹਦੇ ਵਿੱਚ ਆਪਾਂ ਅਕੋਮੋਡੇਸ਼ਨ ਬਿੱਲ ਪੇ ਕਰਨਾ ਹੁੰਦਾ ਹੈਗਾ, ਜਿਹੜਾ ਗਰੋਸਰੀ ਆ ਉਹ ਵੀ ਬਹੁਤ ਐਕਸਪੈਂਸਿਵ ਆਉਂਦੀ ਆ। ਤਾਂ ਸਿਟੀ ਦੇ ਕੰਪੈਰੀਜ਼ਨ ਜਿਹੜੀ ਰੂਰਲ ਲਾਈਫ ਹੈਗੀ ਆ ਉਹ ਕੀ ਆ, ਚੀਪਰ ਹੈਗੀ ਆ। ਉੱਥੇ ਸਟ੍ਰੈਸ ਵੀ ਆਪਾਂ ਨੂੰ ਘੱਟ ਹੁੰਦਾ ਹੈ। ਤਾਂ ਅਗੇਨ ਲਾਈਫ ਸਟਾਈਲ ਜਿਹੜਾ ਉਹ ਚੀਪਰ ਹੋਏਗਾ। ਲੈਸ ਪੋਲਿਊਟਡ ਇਨਵਾਇਰਮੈਂਟ ਹੁੰਦਾ ਹੈਗਾ ਰੂਰਲ ਏਰੀਆਜ਼ ਦੇ ਵਿੱਚ, ਐਂਡ ਲੈਸ ਚਾਂਸਿਸ ਆਫ ਡਿਸੀਜ਼ਸ ਹੁੰਦੇ ਆ। ਤਾਂ ਇਹ ਹੋ ਗਿਆ ਆਪਣਾ ਬ੍ਰੇਨਸਟੋਰਮ ਦਾ ਪਾਰਟ। ਹੁਣ ਆਪਾਂ ਡਿਸਕਸ ਕਰਾਂਗੇ ਕਿ ਜਿਹੜੀ ਇੰਟਰੋਡਕਸ਼ਨ ਆ ਉਹਦਾ ਟੈਂਪਲੇਟ ਕੀ ਹੋਏਗਾ, ਐਂਡ ਇੰਟਰੋਡਕਸ਼ਨ ਦੇ ਵਿੱਚ ਕਿਹੜੇ ਸੈਂਟੈਂਸ ਆਪਾਂ ਫਾਰਮ ਕਰਨੇ ਹੋਣਗੇ, ਐਂਡ ਆਪਾਂ ਪ੍ਰੋਪਰ ਇੰਟਰੋਡਕਸ਼ਨ ਕਿਸ ਤਰ੍ਹਾਂ ਲਿਖਾਂਗੇ। ਇੰਟਰੋਡਕਸ਼ਨ ਦੇ ਵਿੱਚ ਆਪਾਂ ਜਿਹੜੀ ਫਸਟ ਜਰਨਲ ਲਾਈਨ ਹੋਊਗੀ ਉਹ ਇਸ ਤਰੀਕੇ ਨਾਲ ਲਿਖਾਂਗੇ, ਅਨਡਾਊਟਡਲੀ ਦੀ ਇਕਨੋਮਿਕ ਗਰੋਥ ਐਂਡ ਦੀ ਟੈਕਨੋਲੋਜੀਕਲ ਡਿਵੈਲਪਮੈਂਟਸ ਵਿਟਨੈਸ ਇਨ ਦ ਮਾਡਰਨ ਐਰਾ ਹੈਵ ਅਸ਼ਰਡ ਇਨ ਰੈਡੀਕਲ ਟਰਾਂਸਫਰਮੇਸ਼ਨ ਇਨ ਆਵਰ ਲਾਈਫ ਸਟਾਈਲ ਐਂਡ ਡੈਸ਼। ਤਾਂ ਜਿਹੜੀ ਇਹ ਪਹਿਲੀ ਆਪਣੀ ਜਰਨਲ ਸਟੇਟਮੈਂਟ ਲਾਈਨ ਹੈਗੀ ਆ, ਤੁਸੀਂ ਕੋਈ ਵੀ ਟਾਸਕ 2 ਲਿਖ ਰਹੇ ਹੋ, ਨਾਟ ਓਨਲੀ ਡਿਸਕਸ ਬੋਥ ਵਿਊ, ਤੁਸੀਂ ਐਗਰੀ ਡਿਸਐਗਰੀ ਐਸੇ ਲਿਖ ਰਹੇ ਹੋ, ਕੋਈ ਵੀ ਐਸੇ ਲਿਖ ਰਹੇ ਹੋ, ਤੁਸੀਂ ਇਹ ਸੇਮ ਲਾਈਨ ਲਿਖ ਸਕਦੇ ਹੋ। ਬਟ ਅਕੋਰਡਿੰਗ ਟੂ ਟੋਪਿਕ ਤੁਸੀਂ ਇਹਨੂੰ ਜਸਟ ਮੋਲਡ ਕਰਨਾ ਹੋਏਗਾ। ਜਿਵੇਂ ਇਹਦੇ ਵਿੱਚ ਆਪਾਂ ਲਿਖਿਆ ਹੈਗਾ ਇਨ ਆਵਰ ਲਾਈਫ ਸਟਾਈਲ, ਵੀ ਇਕਨੋਮਿਕ ਗਰੋਥ ਅਤੇ ਟੈਕਨੋਲੋਜੀਕਲ ਡਿਵੈਲਪਮੈਂਟ ਦੇ ਆਉਣ ਦੇ ਨਾਲ ਜਿਹੜਾ ਅੱਜ ਦਾ ਟਾਈਮ ਪੀਰੀਅਡ ਹੈਗਾ ਉਹਨੇ ਜਿਹੜੀ ਆਪਣੀ ਲਾਈਫ ਸਟਾਈਲ ਹੈਗਾ ਉਹਨੂੰ ਕੰਪਲੀਟਲੀ ਚੇਂਜ ਕਰਕੇ ਰੱਖ ਦਿੱਤਾ ਹੈਗਾ। ਬਟ ਅਗਰ ਆਪਾਂ ਗੱਲ ਕਰੀਏ ਕੰਪਿਊਟਰ ਦੀ, ਅਗਰ ਆਪਾਂ ਗੱਲ ਕਰੀਏ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਜਾਂ ਲਰਨਿੰਗ ਦੀ, ਜਾਂ ਕੋਈ ਵੀ ਸਟੇਟਮੈਂਟ ਆ ਗਈ ਆ ਉਹਦੇ ਅਕੋਰਡਿੰਗ ਤੁਸੀਂ ਥੋੜ੍ਹਾ ਬਹੁਤ ਇਹਨੂੰ ਮੋਲਡ ਕਰ ਦੋਗੇ। ਜਿਹੜੀ ਅੱਜ ਵਾਲੀ ਸਟੇਟਮੈਂਟ ਸੀ ਉਹਦੇ ਵਿੱਚ ਤਾਂ ਲਾਈਫ ਸਟਾਈਲ ਦੀ ਹੀ ਗੱਲ ਹੋ ਰਹੀ ਹੈ, ਤਾਂ ਲਾਈਫ ਸਟਾਈਲ ਜਿਹੜਾ ਵਰਡ ਆ ਉਹ ਇੱਥੇ ਓਕੇ ਆ। ਆਫਟਰ ਦੈਟ ਸਮ ਇੰਡੀਵਿਜੂਅਲਸ ਆਰ ਆਫ ਦ ਓਪੀਨੀਅਨ ਦੈਟ, ਕੁਛ ਕੁ ਲੋਕ ਆ ਜਿਹੜੇ ਇਸ ਓਪੀਨੀਅਨ ਦੇ ਰਿਗਾਰਡਿੰਗ ਕਹਿ ਰਹੇ ਆ ਕਿ ਜਿਹੜੀਆਂ ਸਿਟੀਜ਼ ਨੇ ਉਹ ਬੈਸਟ ਪਲੇਸ ਨੇ ਰਹਿਣ ਦੇ ਲਈ, ਵਾਈਲ ਅਦਰਸ ਇਨਸਿਸਟ ਦੈਟ, ਜਿਹੜੇ ਦੂਸਰੇ ਲੋਕ ਆ ਉਹ ਇਹ ਕਲੇਮ ਕਰ ਰਹੇ ਹੈਗੇ ਨਹੀਂ ਜਿਹੜੇ ਰੂਰਲ ਏਰੀਆਜ਼ ਨੇ ਉਹ ਬੈਸਟ ਪਲੇਸ ਨੇ। ਦਿਸ ਐਸੇ ਟੈਂਡਸ ਟੂ ਆਊਟਲੁੱਕ ਬੋਥ ਪ੍ਰੋਸਪੈਕਟਿਵਸ, ਜਿਹੜਾ ਇਹ ਐਸੇ ਦੋਨੋਂ ਪ੍ਰੋਸਪੈਕਟਿਵਸ ਨੂੰ ਐਕਸਪਲੇਨ ਕਰੇਗਾ। ਆਈ ਹਾਊਐਵਰ ਸਾਈਡ ਵਿਦ ਦ ਫਾਰਮਰ ਔਰ ਦ ਲੇਟਰ ਵਿਊ, ਤਾਂ ਉਸ ਦੇ ਉਲਟ ਜਿਹੜਾ
ਮੇਰਾ ਓਪੀਨੀਅਨ ਹੈਗਾ, ਮੈਂ ਫਸਟ ਓਪੀਨੀਅਨ ਦੇ ਨਾਲ ਐਗਰੀ ਕਰ ਰਹੀ ਹਾਂ ਜਾਂ ਮੈਂ ਸੈਕਿੰਡ ਓਪੀਨੀਅਨ ਦੇ ਨਾਲ ਐਗਰੀ ਕਰ ਰਹੀ ਹਾਂ, ਉਹਦੇ ਅਕੋਰਡਿੰਗ ਆਪਾਂ ਲਾਸਟ ਵਾਲੀ ਜਿਹੜੀ ਲਾਈਨ ਆ ਉਹ ਫਰੇਮ ਕਰਾਂਗੇ। ਤਾਂ ਫਸਟ ਜਨਰਲ ਸਟੇਟਮੈਂਟ ਲਿਖਾਂਗੇ, ਫਿਰ ਆਪਾਂ ਲੋਕਾਂ ਦੇ ਜਿਹੜੇ ਓਪੀਨੀਅਨਸ ਨੇ ਉਹਨਾਂ ਨੂੰ ਐਕਸਪਲੇਨ ਕਰਾਂਗੇ, ਫਿਰ ਆਪਾਂ ਆਪਣੀ ਇੰਟਰੋ ਨੂੰ ਵਾਈਂਡ ਅਪ ਕਰ ਦਾਂਗੇ। ਜਿਹੜਾ ਇੱਥੇ ਆਪਾਂ ਵਿਟਨੈਸ ਵਰਡ ਯੂਜ਼ ਕੀਤਾ ਹੈਗਾ ਉਹਦਾ ਮਤਲਬ ਕੀ ਹੁੰਦਾ ਹੈਗਾ, ਵਾਚਡ ਐਂਡ ਅਬਜ਼ਰਵਡ। ਅਗਰ ਤੁਹਾਨੂੰ ਲਾਈਕ ਪ੍ਰੋਬਲਮ ਆ ਰਹੀ ਹੈ ਵੀ ਕਿਸੇ ਫਸਟ ਲਾਈਨ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਤਾਂ ਉਹਦੇ ਲਈ ਮੈਂ ਇਹ ਜਿਹੜੇ ਵੋਕੈਬ ਵਰਡਸ ਨੇ ਉਹਨਾਂ ਨੂੰ ਈਜ਼ੀ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੈਗਾ। ਸੈਕਿੰਡ ਹੈਗਾ ਰੈਡੀਕਲ। ਰੈਡੀਕਲ ਮਤਲਬ ਐਕਸਟਰੀਮ ਔਰ ਰੈਵੋਲੂਸ਼ਨਰੀ ਚੇਂਜ ਆ ਜਾਣਾ, ਮਤਲਬ ਬਹੁਤ ਹੀ ਤੇਜ਼ੀ ਦੇ ਨਾਲ ਚੇਂਜ ਆ ਜਾਣਾ। ਅਸ਼ਰਡ ਇਨ ਮਤਲਬ ਕਿਸੇ ਵੀ ਚੀਜ਼ ਨੂੰ ਬਿਗਿਨ ਕਰਨਾ, ਕਿਸੇ ਚੀਜ਼ ਨੂੰ ਸਟਾਰਟ ਕਰਨਾ, ਕਿਸੇ ਚੀਜ਼ ਨੂੰ ਕਮੈਂਸ ਕਰਨਾ, ਮਤਲਬ ਕਿਸੇ ਚੀਜ਼ ਦੀ ਆਪਾਂ ਸ਼ੁਰੂਆਤ ਕਰ ਰਹੇ ਹੈਗੇ ਆ। ਇੰਸਿਸਟ ਇਨ ਮਤਲਬ ਹੋਲਡ ਹੋਣਾ, ਅਜ਼ਰਟ ਹੋਣਾ, ਆਪਣਾ ਕੋਈ ਓਪੀਨੀਅਨ ਹੋਣਾ, ਆਪਣਾ ਕੋਈ ਸਟਰੋਂਗ ਓਪੀਨੀਅਨ ਹੋਣਾ ਕਿਸੇ ਚੀਜ਼ ਨੂੰ ਲੈ ਕੇ, ਹੈ ਨਾ, ਤਾਂ ਉੱਥੇ ਆਪਾਂ ਇੰਸਿਸਟ ਵਰਡ ਯੂਜ਼ ਕਰ ਸਕਦੇ ਹਾਂ। ਆਫਟਰ ਦੈਟ ਹੁਣ ਸੇਮ ਟੈਂਪਲੇਟ ਯੂਜ਼ ਕਰਕੇ ਆਪਾਂ ਇੰਟਰੋਡਕਸ਼ਨ ਫਰੇਮ ਕੀਤੀ ਆ, ਉਹਦੀ ਡਿਸਕਸ਼ਨ ਕਰਾਂਗੇ। ਉੱਦਾਂ ਹੀ ਫਸਟ ਲਾਈਨ ਆਪਾਂ ਸੇਮ ਹੀ ਲਿਖ ਦੇਣੀ ਆ, ਅਨਡਾਊਟਡਲੀ ਦੀ ਇਕਨੋਮਿਕ ਗਰੋਥ ਐਂਡ ਟੈਕਨੋਲੋਜੀਕਲ ਡਿਵੈਲਪਮੈਂਟਸ ਵਿਟਨੈਸ ਇਨ ਦ ਮਾਡਰਨ ਐਰਾ ਹੈਵ ਅਸ਼ਰਡ ਇਨ ਰੈਡੀਕਲ ਟ੍ਰਾਂਸਫਰਮੇਸ਼ਨਸ ਇਨ ਆਵਰ ਲਾਈਫ ਸਟਾਈਲ। After that ਆਪਾਂ ਲਿਖਾਂਗੇ some individuals are of the opinion that urban areas allure modern communities by offering opportunities and a high standard of living। ਕੁਝ ਕੁ ਲੋਕ ਇਹ ਕਹਿ ਰਹੇ ਨੇ ਜਿਹੜੇ ਅਰਬਨ ਏਰੀਆਜ਼ ਨੇ, ਜਿਹੜੀ ਅੱਜ ਕੱਲ੍ਹ ਦੀ ਕਮਿਊਨਿਟੀ ਹੈ, ਜਿਹੜੇ ਅੱਜ ਕੱਲ੍ਹ ਦੇ ਲੋਕ ਨੇ, ਉਹਨਾਂ ਨੂੰ ਲਿਓਰ ਕਰ ਰਹੇ ਆ, ਮਤਲਬ ਅਟਰੈਕਟ ਕਰ ਰਹੇ ਆ। ਕਿਵੇਂ ਅਟਰੈਕਟ ਕਰ ਰਹੇ ਆ? ਬਾਈ ਆਫਰਿੰਗ ਓਪਰਚੁਨਿਟੀਜ਼, ਉਹਨਾਂ ਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰ ਰਹੇ ਆ, ਉਹਨਾਂ ਨੂੰ ਹਾਈ ਸਟੈਂਡਰਡ ਆਫ ਲਿਵਿੰਗ ਪ੍ਰੋਵਾਈਡ ਕਰ ਰਹੇ ਆ। ਉਹਦੀ ਉਲਟ ਵਾਈਲ ਅਦਰਸ, ਜਦੋਂ ਕਿ ਜਿਹੜੇ ਦੂਸਰੇ ਲੋਕ ਨੇ ਉਹ ਇੰਸਿਸਟ ਕਰ ਰਹੇ ਆ ਦੈਟ ਲਾਈਫ ਇਨ ਕੰਟਰੀ ਸਾਈਡ ਏਰੀਆਜ਼ ਇਜ਼ ਮੋਰ ਪੀਸਫੁਲ ਅਲੋਂਗ ਵਿਦ ਦ ਅਵੇਲੇਬਿਲਿਟੀ ਆਫ ਚੀਪਰ ਅਮੈਨਿਟੀਜ਼। ਦੂਸਰੇ ਲੋਕ ਕਹਿ ਰਹੇ ਆ ਜਿਹੜੀ ਕੰਟਰੀ ਸਾਈਡ ਦੀ ਲਾਈਫ ਹੈਗੀ ਆ ਉਹ ਜ਼ਿਆਦਾ ਪੀਸਫੁਲ ਹੈਗੀ ਆ, ਉਸ ਦੇ ਨਾਲ ਨਾਲ ਜਿਹੜੀ ਕੰਟਰੀ ਸਾਈਡ ਮੀਨਸ ਜਿਹੜਾ ਰੂਰਲ ਏਰੀਆ ਹੈਗਾ ਉੱਥੇ ਜਿਹੜੀਆਂ ਫੈਸਿਲਿਟੀਜ਼ ਨੇ ਉਹ ਚੀਪਰ ਨੇ, ਮਤਲਬ ਘੱਟ ਪ੍ਰਾਈਸ ਦੇ ਉੱਪਰ ਹੀ ਅਵੇਲੇਬਲ ਨੇ। This essay tends to outlook both perspectives. I, however, side with the former view। ਤਾਂ ਉੱਦਾਂ ਹੀ ਆਪਾਂ ਜਿਵੇਂ ਟੈਂਪਲੇਟ ਪੜ੍ਹਿਆ ਸੀਗਾ ਉਹਦੇ ਅਕੋਰਡਿੰਗ ਆਪਾਂ ਇੰਟਰੋ ਨੂੰ ਡਿਜ਼ਾਈਨ ਕੀਤਾ ਹੈਗਾ। ਲਾਸਟ ਲਾਈਨ ਦੇ ਵਿੱਚ ਮੈਂ ਲਿਖਿਆ ਹੈਗਾ ਫਾਰਮਰ ਵਿਊ, ਬਿਕੋਜ਼ ਮੈਂ ਫਸਟ ਵਿਊ ਦੇ ਨਾਲ ਐਗਰੀ ਕਰ ਰਹੀ ਹਾਂ ਤਾਂ ਮੈਂ ਇੱਥੇ ਫਾਰਮਰ ਵਿਊ ਲਿਖਿਆ। ਅਗਰ ਤੁਸੀਂ ਸੈਕਿੰਡ ਦੇ ਨਾਲ ਐਗਰੀ ਕਰ ਰਹੇ ਹੋ ਤਾਂ ਤੁਸੀਂ ਇੱਥੇ ਲੇਟਰ ਵਿਊ ਲਿਖ ਸਕਦੇ ਹੋ। ਇੰਟਰੋ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਬਾਡੀ ਪੈਰਾਗ੍ਰਾਫ 1। ਬਾਡੀ ਪੈਰਾਗ੍ਰਾਫ ਦਾ ਜਿਹੜਾ ਟੈਂਪਲੇਟ ਹੋਏਗਾ ਕੁਛ ਇਸ ਤਰੀਕੇ ਨਾਲ ਹੋਏਗਾ। On the other hand, the segment of people who believe that dash gives their reasons as follows। ਤਾਂ ਜਿਹੜੇ ਲੋਕ ਹੈਗੇ ਨੇ, ਕੁਛ ਕੁ ਲੋਕ ਨੇ ਉਹ ਇਹ ਬਲੀਵ ਕਰਦੇ ਨੇ ਕਿ ਜਿਹੜੀ ਸਿਟੀ ਆ ਉਹ ਵਧੀਆ ਹੈਗੀ ਆ ਤੇ ਉਹ ਆਪਦੇ ਰੀਜ਼ਨਸ ਦੇ ਰਹੇ ਨੇ। ਪਹਿਲਾ ਰੀਜ਼ਨ ਕੀ ਦੇ ਰਹੇ ਨੇ? ਦੀ ਮੋਸਟ ਪ੍ਰੀਪੋਂਡਰੈਂਟ ਵਨ ਇਜ਼ ਦੈਟ, ਮਤਲਬ ਉਹ ਆਪਣਾ ਫਸਟ ਰੀਜ਼ਨ ਦੱਸ ਰਹੇ ਆ। ਰੀਜ਼ਨ ਦੱਸਣ ਤੋਂ ਬਾਅਦ ਆਪਾਂ ਦੱਸਾਂਗੇ ਐਕਸਪਲੇਨੇਸ਼ਨ, ਥੈਂਕਸ ਟੂ ਦਿਸ, ਇਸ ਰੀਜ਼ਨ ਦੇ ਕਰਕੇ ਇਹ ਚੀਜ਼ ਹੋਏਗੀ। Another pointal factor in the aforementioned proposition is that, ਇਹ ਆਪਣਾ ਹੋਏਗਾ ਸੈਕਿੰਡ ਰੀਜ਼ਨ। ਪਹਿਲੇ ਰੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਆਪਾਂ ਦੂਸਰਾ ਰੀਜ਼ਨ ਦੇ ਰਹੇ ਹਾਂ। ਇਸ ਲਾਈਨ ਤੋਂ ਆਪਾਂ ਇਹ ਚੀਜ਼ ਨੂੰ ਜਸਟੀਫਾਈ ਕਰ ਰਹੇ ਹਾਂ ਵੀ ਹਾਂਜੀ ਪਹਿਲੇ ਰੀਜ਼ਨ ਤੋਂ ਬਾਅਦ ਦੂਸਰਾ ਸਾਡਾ ਇਹ ਰੀਜ਼ਨ ਹੋਏਗਾ। ਓਇੰਗ ਟੂ ਦਿਸ, ਇਸ ਰੀਜ਼ਨ ਨੂੰ ਅੱਗੇ ਆਪਾਂ ਜਸਟੀਫਾਈ ਕਰ ਰਹੇ ਹਾਂ ਅਗੇਨ। ਫਿਰ ਐਂਡ ਤੇ ਆਪਾਂ ਕਨਕਲੂਡ ਕਰਾਂਗੇ ਹੈਂਸ these are the two main reasons why people like to live in cities rather than living in rural areas। ਸੋ ਜਿਹੜਾ ਬਾਡੀ ਪੈਰਾਗ੍ਰਾਫ ਹੈ ਉਹਨੂੰ ਲਿਖਣ ਦਾ ਇੱਕ ਸਪੈਸੀਫਿਕ ਰੂਲ ਹੈ। ਉਹ ਰੂਲ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ, ਬਿਕੋਜ਼ ਅਗਰ ਤੁਸੀਂ ਇਹ ਰੂਲ ਨੂੰ ਫੋਲੋ ਕਰੋਗੇ ਤਾਂ ਡੈਫੀਨੇਟਲੀ ਤੁਹਾਡੇ ਰਾਈਟਿੰਗ ਦੇ ਵਿੱਚੋਂ ਅੱਛੇ ਬੈਂਡ ਸਕੋਰ ਆਉਣਗੇ। ਅਗਰ ਤੁਸੀਂ ਇਹ ਰੂਲ ਨੂੰ ਨਹੀਂ ਫੋਲੋ ਕਰ ਰਹੇ ਤਾਂ ਤੁਹਾਡੇ ਬੈਂਡ ਸਕੋਰ ਨਹੀਂ ਆਉਣਗੇ। ਉਹਦਾ ਰੀਜ਼ਨ ਕੀ ਹੈ? ਤੁਸੀਂ 4 ਤੋਂ 5 ਰੀਜ਼ਨ ਲਿਖਤੇ BP1 ਦੇ ਵਿੱਚ, ਬਟ ਤੁਸੀਂ ਜਸਟੀਫਾਈ ਇੱਕ ਰੀਜ਼ਨ ਵੀ ਨਹੀਂ ਕੀਤਾ ਤਾਂ ਜਿਹੜਾ ਐਗਜ਼ਾਮੀਨਰ ਆ ਉਹ ਤੁਹਾਨੂੰ ਬੈਂਡ ਸਕੋਰ ਨਹੀਂ ਦੇਵੇਗਾ। ਕਿਉਂਕਿ ਐਗਜ਼ਾਮੀਨਰ ਕੀ ਕਹਿ ਰਿਹਾ ਹੈ ਅਕੋਰਡਿੰਗ ਟੂ ਦੀ IDP ਇੰਸਟਰਕਸ਼ਨਸ, ਤੁਸੀਂ ਰੀਜ਼ਨ ਲਿਖਣ ਤੋਂ ਬਾਅਦ ਉਹਨੂੰ ਜਸਟੀਫਾਈ ਕਰੋ। ਬਿਕੋਜ਼ ਇੱਥੇ ਤੁਹਾਡੀ ਜਿਹੜੀ ਐਕੂਰੇਸੀ ਆ ਉਹ ਚੈੱਕ ਕੀਤੀ ਜਾ ਰਹੀ ਹੈ, ਤੁਹਾਡੀ ਨੌਲੇਜ ਨਹੀਂ ਚੈੱਕ ਕੀਤੀ ਜਾ ਰਹੀ। ਇੱਥੇ ਚੈੱਕ ਕੀਤਾ ਜਾ ਰਿਹਾ ਹੈਗਾ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਘੱਟ ਤੋਂ ਘੱਟ ਵਰਡਸ ਦੇ ਵਿੱਚ ਕਿੰਨੇ ਸੋਹਣੇ ਤਰੀਕੇ ਦੇ ਨਾਲ ਪ੍ਰਜੈਂਟ ਕਰ ਰਹੇ ਹੋ। ਤਾਂ ਜਿਹੜਾ ਫਸਟ ਸਟੈਪ ਹੈਗਾ ਉਹ ਕੀ ਹੈਗਾ? ਇੰਟਰੋ ਲਾਈਨ। ਜਦੋਂ ਵੀ ਤੁਸੀਂ BP1 ਲਿਖੋਗੇ ਪਹਿਲੇ ਤੁਸੀਂ ਇੰਟਰੋ ਲਾਈਨ ਲਿਖੋਗੇ। ਇੰਟਰੋ ਲਾਈਨ ਕੀ ਹੈ? On the one hand, the segment of people who believe that dash gives their reason as follows। ਤਾਂ ਇਹ ਪਹਿਲੀ ਇੰਟਰੋਡਕਟਰੀ ਲਾਈਨ ਹੈ। ਇਹਦਾ ਕੀ ਮਤਲਬ ਹੈ? ਤੁਸੀਂ ਐਗਜ਼ਾਮੀਨਰ ਨੂੰ ਇੱਕ ਅੰਡਰਸਟੈਂਡਿੰਗ ਪ੍ਰੋਵਾਈਡ ਕਰ ਰਹੇ ਹੋ ਕਿ ਹਾਂਜੀ ਅਸੀਂ ਪਹਿਲਾਂ ਸਿਟੀ ਲਾਈਫ ਬਾਰੇ ਗੱਲ ਕਰਨ ਜਾ ਰਹੇ ਹਾਂ BP1 ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਸਟੈਪ 2 ਮਤਲਬ ਫਸਟ ਰੀਜ਼ਨ ਲਿਖ ਰਹੇ ਹੋ। ਦੀ ਮੋਸਟ ਪ੍ਰੀਪੋਂਡਰੈਂਟ ਵਨ ਇਜ਼ ਦੈਟ, ਪਹਿਲਾ ਰੀਜ਼ਨ ਹੋਏਗਾ ਤੁਹਾਡਾ ਹਾਂਜੀ ਕੀ ਰੀਜ਼ਨ ਆ। ਜਦੋਂ ਆਪਾਂ ਅੱਗੇ ਪੜ੍ਹਾਂਗੇ ਉਦੋਂ ਤੁਹਾਨੂੰ ਪਤਾ ਲੱਗ ਜਾਏਗਾ ਹਾਂਜੀ ਪਹਿਲਾ ਰੀਜ਼ਨ ਕੀ ਹੈ, ਸਿਟੀਜ਼ ਆਪਾਂ ਕਿਉਂ ਚੂਜ਼ ਕੀਤਾ ਹੈਗਾ।
ਥੈਂਕਸ ਟੂ ਦਿਸ। ਹੁਣ ਉਹ ਰੀਜ਼ਨ ਸਟੈਪ 3 ਦੇ ਵਿੱਚ ਆਪਾਂ ਐਕਸਪਲੇਨੇਸ਼ਨ ਦੇ ਰਹੇ ਹਾਂ ਵਾਈ। ਜੋ ਆਪਾਂ ਪਹਿਲਾ ਰੀਜ਼ਨ ਦਿੱਤਾ ਉਹਦੀ ਆਪਾਂ ਐਕਸਪਲੇਨੇਸ਼ਨ ਦੇਵਾਂਗੇ। ਉਹਦੀ ਐਕਸਪਲੇਨੇਸ਼ਨ ਸਟਾਰਟ ਹੋ ਰਹੀ ਹੈ ਥੈਂਕਸ ਟੂ ਦਿਸ ਤੋਂ। ਅੱਗੇ ਹੈਗਾ ਸਟੈਪ 4 ਜਿਹਦੇ ਵਿੱਚ ਤੁਸੀਂ ਸੈਕਿੰਡ ਰੀਜ਼ਨ ਲਿਖ ਰਹੇ ਹੋ। ਸੈਕਿੰਡ ਰੀਜ਼ਨ ਸਟਾਰਟ ਹੋ ਰਿਹਾ ਹੈ ਅਨਦਰ ਪੋਇੰਟਲ ਫੈਕਟਰ ਇਨ ਦੀ ਅਫੋਰਮੈਂਸ਼ਨਡ ਪ੍ਰੋਪੋਜੀਸ਼ਨ ਇਜ਼ ਦੈਟ। ਉਸ ਤੋਂ ਅੱਗੇ ਹੈਗਾ ਜੀ ਓਇੰਗ ਟੂ ਦਿਸ। ਜਿਹੜਾ ਸਟੈਪ 5 ਆ ਉਹਦੇ ਵਿੱਚ ਆਪਾਂ ਐਕਸਪਲੇਨੇਸ਼ਨ ਦੇ ਰਹੇ ਹਾਂ ਵਾਈ। ਓਇੰਗ ਟੂ ਦਿਸ ਤੋਂ ਆਪਣੀ ਐਕਸਪਲੇਨੇਸ਼ਨ ਸਟਾਰਟ ਹੋ ਰਹੀ ਹੈ। ਹੈਂਸ ਥੀਜ਼ ਆਰ ਦੀ ਟੂ ਮੇਨ ਰੀਜ਼ਨਸ ਵਾਈ। ਮਤਲਬ ਆਪਾਂ ਸਟੈਪ 6 ਨੂੰ ਫੋਲੋ ਕਰ ਰਹੇ ਹਾਂ, ਇੱਥੇ ਆਪਾਂ ਕਨਕਲੂਜ਼ਨ ਦੇ ਰਹੇ ਹਾਂ। ਸੋ ਇਹ ਸੀਗਾ ਜੀ ਰੂਲ। ਹੁਣ ਰੂਲ ਨੂੰ ਮੈਂ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਸਮਝਾਉਂਦੀ ਹਾਂ ਅੱਗੇ ਐਕਸਪਲੇਨੇਸ਼ਨ ਦੇ ਵਿੱਚ and with using the same template. On the one hand, the segment of people who believe that cities offer a wide array of options than rural areas gives their reasons as follows. ਤਾਂ ਇੱਥੇ ਕੀ ਆ ਆਪਾਂ ਪਹਿਲੇ ਇੰਟਰੋਡਕਟਰੀ ਲਾਈਨ ਲਿਖਤੀ ਆ। ਜਿਹੜੀ ਲਾਈਨ ਆਪਾਂ ਨੂੰ ਕੀ ਦੱਸ ਰਹੀ ਹੈ ਵੀ ਜਿਹੜੇ ਲੋਕ ਉਹ ਬਲੀਵ ਕਰ ਰਹੇ ਆ ਜਿਹੜੀਆਂ ਸਿਟੀਜ਼ ਨੇ ਉਹ ਜ਼ਿਆਦਾ ਆਪਸ਼ਨਸ ਪ੍ਰੋਵਾਈਡ ਕਰਦੀਆਂ ਨੇ ਰੂਰਲ ਏਰੀਆਜ਼ ਦੇ ਨਾਲੋਂ। ਉਹਦੇ ਕੁਛ ਕੁ ਰੀਜ਼ਨਸ ਨੇ। The most preponderant one is vast majority of well-paid jobs available in cities ranging from teacher to doctor or clerk to manager. ਜਿਹੜਾ ਸਭ ਤੋਂ ਪਹਿਲਾ ਰੀਜ਼ਨ ਹੈ ਅਕੋਰਡਿੰਗ ਟੂ ਟੈਂਪਲੇਟ ਹੀ ਆਪਾਂ ਸਾਰੀਆਂ ਲਾਈਨਸ ਲਿਖੀਆਂ ਹੋਈਆਂ ਨੇ ਜਿਵੇਂ ਮੋਸਟ ਪ੍ਰੀਪੋਂਡੈਂਟ ਵਨ ਇਜ਼ ਜਿਹੜੀਆਂ ਸਭ ਤੋਂ ਜ਼ਿਆਦਾ ਜੋਬਸ ਨੇ ਜਿਹੜੀਆਂ ਵੈਲ ਪੇਡ ਜੋਬਸ ਨੇ ਮਤਲਬ ਜਿਹੜੀਆਂ ਹਾਈਲੀ ਪੇਡ ਜੋਬ ਨੇ ਜਿਹਦੀ ਸੈਲਰੀ ਜ਼ਿਆਦਾ ਹੁੰਦੀ ਹੈ ਪੇ ਰੇਟ ਜ਼ਿਆਦਾ ਹੁੰਦਾ ਹੈ ਉਹ ਸਿਟੀਜ਼ ਦੇ ਵਿੱਚ ਹੀ ਅਵੇਲੇਬਲ ਹੁੰਦੀਆਂ ਨੇ। ਜਿਵੇਂ ਕਿ ਆਪਾਂ ਦੇਖਦੇ ਹਾਂ ਟੀਚਰ ਤੋਂ ਲੈ ਕੇ ਜਿਹੜੀ ਡਾਕਟਰ ਤੱਕ ਦੀ ਜੋਬ ਹੋ ਗਈ, ਕਲਰਕ ਤੋਂ ਲੈ ਕੇ ਮੈਨੇਜਰ ਤੱਕ ਦੀ ਜੋਬ ਹੋ ਗਈ। ਇਹ ਪਹਿਲਾ ਰੀਜ਼ਨ ਹੋ ਗਿਆ। ਹੁਣ ਆਪਾਂ ਉਸ ਰੀਜ਼ਨ ਨੂੰ ਕਿ ਜਸਟੀਫਾਈ ਕਰ ਰਹੇ ਹਾਂ ਥੈਂਕਸ ਟੂ ਦਿਸ। ਸੇਮ ਵਰਡਸ ਹੀ ਆਪਾਂ ਟੈਂਪਲੇਟ ਵਾਲੇ ਲਿਖੇ ਹੋਏ ਆ। Many seek to seize employment chances to ensure the financial security of their families during a period of inflation. ਉਹ ਕੀ ਕਹਿ ਰਹੇ ਨੇ ਜਿਹੜੇ ਕੁਛ ਕੁ ਲੋਕ ਨੇ ਉਹ ਜਿਹੜੀਆਂ ਇੰਪਲੋਇਮੈਂਟ ਚਾਂਸਿਸ ਹੁੰਦੇ ਆ ਉਹਨਾਂ ਨੂੰ ਸੀਜ਼ ਕਰਦੇ ਆ ਮਤਲਬ ਗ੍ਰੈਬ ਕਰਦੇ ਆ। ਕਿਉਂ ਗ੍ਰੈਬ ਕਰਦੇ ਆ? ਸਿਟੀਜ਼ ਦੇ ਵਿੱਚ ਰਹਿੰਦੇ ਆ, ਉੱਥੇ ਰਹਿ ਕੇ ਉਹ ਇੰਪਲੋਇਮੈਂਟ ਕਰਦੇ ਆ ਮਤਲਬ ਜੋਬਸ ਕਰਦੇ ਆ। ਕਿਉਂ ਕਰਦੇ ਆ? ਸੋ ਦੈਟ ਉਹ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਸਕਣ ਆਪਦੀ ਫੈਮਿਲੀ ਨੂੰ ਡੂਰਿੰਗ ਅ ਪੀਰੀਅਡ ਆਫ ਇਨਫਲੇਸ਼ਨ ਮਹਿੰਗਾਈ ਦੇ ਪੀਰੀਅਡ ਦੇ ਵਿੱਚ। ਅੱਜ ਕੱਲ੍ਹ ਸਾਰਿਆਂ ਨੂੰ ਹੀ ਪਤਾ ਹੈਗਾ ਬਹੁਤ ਮਹਿੰਗਾਈ ਆ। ਅਗਰ ਕੋਈ ਪਰਸਨ ਸਿਟੀ ਦੇ ਵਿੱਚ ਰਹਿ ਕੇ ਜੋਬ ਕਰੂਗਾ ਫਿਰ ਹੀ ਉਹ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਜਿਹੜੀ ਉਹ ਆਪਦੀ ਫੈਮਿਲੀ ਨੂੰ ਪ੍ਰੋਵਾਈਡ ਕਰ ਸਕਦਾ ਹੈਗਾ ਕਿਉਂਕਿ ਜਿਹੜੀ ਹਾਈਲੀ ਪੇਡ ਜਿਹੜੀਆਂ ਜੋਬਸ ਨੇ ਉਹ ਸਿਟੀਜ਼ ਦੇ ਵਿੱਚ ਹੀ ਪ੍ਰੋਵਾਈਡ ਹੁੰਦੀਆਂ ਨੇ। ਸੋ ਇਸ ਤਰੀਕੇ ਦੇ ਨਾਲ ਆਪਾਂ ਰੀਜ਼ਨ ਨੂੰ ਜਸਟੀਫਾਈ ਕੀਤਾ ਹੈਗਾ। ਫਿਰ ਆਪਾਂ ਲਿਖ ਰਹੇ ਹਾਂ ਅਨਦਰ ਰੀਜ਼ਨ। ਅਨਦਰ ਪੁਆਇੰਟਲ ਫੈਕਟਰ ਇਨ ਦੀ aforementioned proposition is that digital cities offer a variety of dining, entertainment and cultural choices. ਦੂਸਰਾ ਕੀ ਰੀਜ਼ਨ ਆ ਪਹਿਲੇ ਰੀਜ਼ਨ ਦੇ ਨਾਲ ਹੀ ਮਿਲਦਾ ਜੁਲਦਾ ਵੀ ਸਿਟੀਜ਼ ਦੇ ਵਿੱਚ ਲੋਕ ਰਹਿਣਾ ਇਸ ਲਈ ਪ੍ਰੈਫਰ ਕਰਦੇ ਆ। ਡਿਜੀਟਲ ਸਿਟੀਜ਼ ਮਤਲਬ ਜਿਹੜੀਆਂ ਡਿਵੈਲਪਡ ਸਿਟੀਜ਼ ਨੇ ਜਿਹਨਾਂ ਨੂੰ ਆਪਾਂ ਸਮਾਰਟ ਸਿਟੀਜ਼ ਕਹਿ ਦਿੰਦੇ ਆ ਉਹ ਆਪਾਂ ਨੂੰ ਕੀ ਆਫਰ ਕਰਦੀਆਂ ਨੇ? ਡਾਈਨਿੰਗ ਐਕਸਪੀਰੀਅੰਸ ਆਫਰ ਕਰਦੀਆਂ ਨੇ। ਮਤਲਬ ਆਪਣੇ ਕੋਲ ਵੈਰਾਈਟੀ ਆਫ ਚੋਇਸਿਸ ਹੁੰਦੀਆਂ ਨੇ। ਆਪਾਂ ਡਿਫਰੈਂਟ ਜਿਹੜੀਆਂ ਕੁਜ਼ੀਨਸ ਹੈਗੀਆਂ ਨੇ ਉਹਨਾਂ ਨੂੰ ਟੇਸਟ ਕਰ ਸਕਦੇ ਹਾਂ। ਡਿਫਰੈਂਟ ਇੰਟਰਟੇਨਮੈਂਟ ਦੇ ਆਪਾਂ ਨੂੰ ਸੋਰਸਿਸ ਪ੍ਰੋਵਾਈਡ ਕਰਦੀਆਂ ਨੇ। ਕਲਚਰਲ ਚੋਇਸਿਸ ਹੁੰਦੀਆਂ ਕਿਉਂਕਿ ਸਿਟੀਜ਼ ਦੇ ਵਿੱਚ ਡਿਫਰੈਂਟ ਜਿਹੜੀਆਂ ਲੋਕੇਸ਼ਨਸ ਤੋਂ ਲੋਕ ਆ ਕੇ ਰਹਿ ਰਹੇ ਹੁੰਦੇ ਹੈਗੇ ਆ। Owing to this, people prefer to try out new foods, organize barbecues, and enjoy meeting new faces to spice up their monotonous lives in cities. ਸੋ ਜਿਹੜਾ ਸੈਕਿੰਡ ਰੀਜ਼ਨ ਲਿਖਿਆ ਸੀ ਉਹਦੀ ਆਪਾਂ ਜਸਟੀਫਿਕੇਸ਼ਨ ਦੇ ਵਿੱਚ ਲਿਖ ਰਹੇ ਹਾਂ ਕਿ ਜਿਹੜੇ ਲੋਕ ਹੈਗੇ ਆ ਉਹ ਨਵਾਂ ਫੂਡ ਟਰਾਈ ਕਰਨਾ ਪਸੰਦ ਕਰਦੇ ਆ, ਬਾਰਬੀਕਿਊ ਪਾਰਟੀਜ਼ ਔਰਗਨਾਈਜ਼ ਕਰਦੇ ਆ, ਨਵੇਂ ਲੋਕਾਂ ਨੂੰ ਮਿਲਣਾ ਪਸੰਦ ਕਰਦੇ ਆ ਕਿਉਂਕਿ ਜਿਹੜੀ ਉਹ ਆਪਦੀ ਬੋਰਿੰਗ ਲਾਈਫ ਹੁੰਦੀ ਹੈਗੀ ਉਹਦੇ ਤੋਂ ਉਹ ਅੱਕ ਚੁੱਕੇ ਹੁੰਦੇ ਆ ਤਾਂ ਉਹ ਜਿਹੜੀ ਇੱਕ ਨਵੀਂ ਲਾਈਫ ਦੇ ਵਿੱਚ ਜਾਣਾ ਪਸੰਦ ਕਰਦੇ ਆ। ਜਿਹੜੀ ਇੱਕ ਵਧੀਆ ਅਤੇ ਇੱਕ ਜਿਹੜੀ ਬੈਟਰ ਲਾਈਫ ਹੈਗੀ ਆ, ਬੈਟਰ ਜਿਹੜੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਦੀ ਉਹ ਇੱਕ ਸਿਟੀ ਲਾਈਫ ਪ੍ਰੋਵਾਈਡ ਕਰਦੀ ਆ ਉਹਨਾਂ ਦੇ ਅਕੋਰਡਿੰਗ। Hence, these are the two main reasons why people migrate from towns to downtowns. ਤਾਂ ਇਹ ਜਿਹੜੇ ਦੋ ਮੇਨ ਰੀਜ਼ਨ ਨੇ ਜਿਹੜੇ ਲੋਕ ਹੈਗੇ ਆ ਉਹ ਰੂਰਲ ਏਰੀਆਜ਼ ਤੋਂ ਸਿਟੀਜ਼ ਦੇ ਵਿੱਚ ਕਿਉਂ ਜਾ ਰਹੇ ਨੇ। ਸੋ ਆਪਾਂ ਫਸਟ ਆਫ ਆਲ ਇੰਟਰੋਡਕਟਰੀ ਲਾਈਨ ਲਿਖੀ, ਫਿਰ ਰੀਜ਼ਨ, ਫਿਰ ਐਕਸਪਲੇਨੇਸ਼ਨ, ਫਿਰ ਰੀਜ਼ਨ, ਫਿਰ ਐਕਸਪਲੇਨੇਸ਼ਨ। ਐਟ ਦਾ ਐਂਡ ਆਪਾਂ ਉਸ ਚੀਜ਼ ਨੂੰ ਕਨਕਲੂਡ ਕਰਤਾ। ਸੋ ਜਿਹੜਾ ਸਾਰਾ ਰੂਲ ਹੈਗਾ ਉਹ ਆਪਾਂ ਲਿਮਟਡ ਵਰਡਸ ਦੇ ਵਿੱਚ ਐਕਸਪਲੇਨ ਕਰਤਾ ਪਲੱਸ ਆਪਾਂ ਸਾਰੀਆਂ ਚੀਜ਼ਾਂ ਨੂੰ like proper with the use of words, with the use of vocab, with the use of sentence formation ਆਪਾਂ BP ਪੈਰਾਗ੍ਰਾਫ ਜਿਹੜਾ 1 ਹੈਗਾ ਉਹਨੂੰ ਔਰਗਨਾਈਜ਼ ਕੀਤਾ ਹੈਗਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਰੂਲ ਫੋਲੋ ਕਰਨਾ ਹੈਗਾ so that you can get better band scores. Let's talk about the body paragraph 2. Body paragraph 2 ਦਾ ਜਿਹੜਾ ਟੈਂਪਲੇਟ ਹੈਗਾ ਉਹ ਇਸ ਤਰ੍ਹਾਂ ਨਾਲ ਹੈ। On the other hand, those who advocate dash give the following opinions. The primary reason is that
पहला आप इंट्रोडक्टरी लाइन लिखती अगेन, फिर प्राइमरी रीजन मतलब फर्स्ट रीजन हो गया, इन दिस वे ਉਹਦੀ जस्टिफिकेशन होगी, सेकेंडली सेकेंड रीजन हो गया, दिस इज बिकॉज अगेन जस्टिफिकेशन देयरफॉर कंक्लूड। सो ਜਿਹੜਾ BP2 ਹੈਗਾ ਉਹਦਾ ਵੀ ਸੇਮ ਹੀ ਰੂਲ ਹੈਗਾ ਜਿਹੜਾ BP1 ਦੇ ਵਿੱਚ ਆਪਾਂ ਐਕਸਪਲੇਨ ਕੀਤਾ ਸੀ। ਸਟੈਪ 1 ਇੰਟਰੋਡਕਟਰੀ ਲਾਈਨ ਹੋ ਗਈ, ਸਟੈਪ 2 ਫਸਟ ਰੀਜ਼ਨ, ਸਟੈਪ 3 ਐਕਸਪਲੇਨੇਸ਼ਨ, ਸਟੈਪ 4 ਸੈਕੰਡ ਰੀਜ਼ਨ, ਸਟੈਪ 5 ਐਕਸਪਲੇਨੇਸ਼ਨ ਐਂਡ ਸਟੈਪ 6 ਕੰਕਲੂਡ ਹੋ ਗਿਆ। ਸੋ ਲੈਟਸ ਡਿਸਕਸ ਅਬਾਊਟ ਦੀ ਬੋਡੀ ਪੈਰਾਗ੍ਰਾਫ 2। On the other hand, those who advocate the countryside lifestyle is healthier and less stressful give the following opinions। ਉਸਦੇ ਉਲਟ, on the other hand ਮਤਲਬ ਉਸਦੇ ਉਲਟ ਜਿਹੜੇ ਲੋਕ ਨੇ ਐਡਵੋਕੇਟ ਕਰ ਰਹੇ ਨੇ, ਆਪਦਾ ਓਪੀਨੀਅਨ ਦੇ ਰਹੇ ਆ, ਕੰਟਰੀ ਸਾਈਡ ਜਿਹੜੀ ਲਾਈਫ ਆ ਉਹ ਜ਼ਿਆਦਾ ਹੈਲਦੀ ਆ ਅਤੇ ਜਿਹੜੀ ਸਟਰੈਸ ਆ ਉਹ ਵੀ ਘੱਟ ਹੈਗਾ। ਉਹ ਆਪਦੇ ਡਿਫਰੈਂਟ ਜਿਹੜੇ ਓਪੀਨੀਅਨਸ ਆ ਉਹ ਪ੍ਰਜੈਂਟ ਕਰ ਰਹੇ ਆ। ਦੀ ਪ੍ਰਾਇਮਰੀ ਰੀਜ਼ਨ ਇਜ਼ ਦੈਟ, ਜਿਹੜੀ ਫਸਟ ਲਾਈਨ ਸੀ ਸੌਰੀ ਉਹਦੇ ਵਿੱਚ ਆਪਾਂ ਇੰਟਰੋਡਕਟਰੀ ਲਾਈਨ ਲਿਖਤੀ, ਪ੍ਰਾਇਮਰੀ ਰੀਜ਼ਨ ਮਤਲਬ ਫਸਟ ਰੀਜ਼ਨ। ਦੀ ਪ੍ਰਾਇਮਰੀ ਰੀਜ਼ਨ ਇਜ਼ ਦੈਟ ਲਿਵਿੰਗ ਇਨ ਅ ਸਿਟੀ ਇਨਕਰੇਜ ਅ ਮੋਰ ਸੈਡੈਂਟਰੀ ਲਾਈਫ ਸਟਾਈਲ ਐਂਡ ਏਅਰ ਪੋਲਿਊਸ਼ਨ ਇਜ਼ ਬਿਕਮਿੰਗ ਐਨ ਇਨਕਰੀਜ਼ਿੰਗਲੀ ਸੀਰੀਅਸ ਇਸ਼ੂ। ਤਾਂ ਇਹਦੇ ਵਿੱਚ ਆਪਾਂ ਇੱਕ ਰੀਜ਼ਨ ਦੇ ਰਹੇ ਹਾਂ। ਨੋ ਡਾਊਟ ਆਪਾਂ ਇਹਦੇ ਵਿੱਚ ਰੂਰਲ ਜਿਹੜੀ ਲਾਈਫ ਉਹਦੀ ਗੱਲ ਕਰ ਰਹੇ ਹਾਂ, ਬਟ ਆਪਾਂ ਇਹਦੇ ਵਿੱਚ ਸਿਟੀ ਲਾਈਫ ਦੀ ਐਗਜ਼ਾਮਪਲ ਦੇ ਕੇ ਫਿਰ ਆਪਾਂ ਰੂਰਲ ਲਾਈਫ ਨੂੰ ਜਸਟੀਫਾਈ ਕਰਾਂਗੇ। ਆਪਾਂ ਇੱਥੇ ਕਹਿ ਰਹੇ ਹਾਂ ਜਿਹੜੀ ਸਿਟੀ ਲਾਈਫ ਆ ਉਹ ਇੱਕ ਸੈਡੈਂਟਰੀ ਲਾਈਫ ਸਟਾਈਲ ਨੂੰ ਇਨਕਰੇਜ ਕਰਦੀ ਹੈ, ਮਤਲਬ ਜਿਹੜਾ ਲਾਈਫ ਸਟਾਈਲ ਆ ਉਹ ਪਰਸਨ ਦਾ ਇਨਐਕਟਿਵ ਹੋ ਜਾਂਦਾ ਹੈਗਾ, ਇਨਐਕਟਿਵ ਲਾਈਫ ਸਟਾਈਲ। ਏਅਰ ਪੋਲਿਊਸ਼ਨ ਬਹੁਤ ਜ਼ਿਆਦਾ ਆ, ਏਅਰ ਪੋਲਿਊਸ਼ਨ ਜਿਹੜਾ ਹੈਗਾ ਉਹ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ, ਜਿਹੜਾ ਕਿ ਇੱਕ ਸੀਰੀਅਸ ਇਸ਼ੂ ਹੈਗਾ। ਹਾਊਐਵਰ people who live in country are considerably more likely to walk or ride a bike every day। ਉਹ ਕਹਿੰਦੇ ਜਿੱਥੇ ਸਿਟੀ ਵਿੱਚ ਰਹਿਣ ਦੀਆਂ ਡਿਸਐਡਵਾਂਟੇਜ ਨੇ, ਸੈਡੈਂਟਰੀ ਲਾਈਫ ਸਟਾਈਲ ਆ, ਏਅਰ ਪੋਲਿਊਸ਼ਨ ਬਹੁਤ ਜ਼ਿਆਦਾ ਆ, ਉਹਦੇ ਉਲਟ ਜਿਹੜੇ ਲੋਕ ਕੰਟਰੀ ਸਾਈਡ ਰਹਿ ਰਹੇ ਨੇ, ਰੂਰਲ ਏਰੀਆਜ਼ ਦੇ ਵਿੱਚ ਰਹਿ ਰਹੇ ਨੇ, ਉਹ ਉੱਥੇ ਆਪਦੀ ਮਰਜ਼ੀ ਦੇ ਅਕੋਰਡਿੰਗ ਵਾਕ ਕਰ ਸਕਦੇ ਆ, ਬਾਈਕ ਰਾਈਡ ਕਰ ਸਕਦੇ ਆ ਐਵਰੀ ਡੇ। ਆਪਾਂ ਫਸਟ ਰੀਜ਼ਨ ਦੱਸਤਾ। ਹੁਣ ਜੇ ਲੋਕ ਡੇਲੀ ਬੇਸਿਸ 'ਤੇ ਵਾਕ ਕਰ ਰਹੇ ਆ, ਬਾਈਕ ਰਾਈਡ ਕਰ ਰਹੇ ਆ, ਉਹਦੇ ਕੀ ਬੈਨੀਫਿਟਸ ਨੇ ਉਹਨੂੰ ਆਪਾਂ ਜਸਟੀਫਾਈ ਕਰਾਂਗੇ। ਦਿਸ eventually leads to healthy lifestyle choices and can lower the risk of obesity and related illness like heart disease and diabetes। ਉਹ ਕੀ ਕਹਿ ਰਹੇ ਆ, ਇਹਦੇ ਨਾਲ ਕੀ ਹੋਊਗਾ, ਜੇ ਆਪਾਂ ਰੂਰਲ ਏਰੀਆ ਦੇ ਵਿੱਚ ਰਹਿ ਰਹੇ ਹਾਂ ਤਾਂ ਆਪਾਂ ਇੱਕ ਹੈਲਦੀ ਲਾਈਫ ਸਟਾਈਲ ਹੋਊਗਾ ਆਪਣੇ ਕੋਲ। ਜਿਹੜੇ ਓਬੇਸਿਟੀ ਮਤਲਬ ਵਿਹਲੇ ਰਹਿਣ ਕਰਕੇ ਜਿਵੇਂ ਲੋਕ ਥੋੜ੍ਹੇ ਫੈਟੀ ਹੋ ਜਾਂਦੇ ਹੈਗੇ ਆ, ਫੈਟੀ ਹੋਣ ਦੇ ਨਾਲ ਨਾਲ ਬਿਮਾਰੀਆਂ ਜਿਹੜੀਆਂ ਹੋਣੀਆਂ ਸਟਾਰਟ ਹੋ ਜਾਂਦੀਆਂ, ਜਿਵੇਂ ਹਾਰਟ ਡਿਸੀਜ਼ ਹੋ ਗਿਆ, ਹੈ ਨਾ, ਡਾਇਬਟੀਜ਼ ਹੋ ਗਿਆ, ਤਾਂ ਜਿਹੜੀ ਇੱਦਾਂ ਦੀ ਪ੍ਰੋਬਲਮ ਹੈਗੀ ਆ ਉਹ ਦੇਖਣ ਨੂੰ ਨਹੀਂ ਮਿਲੂਗੀ। ਲੋਅਰ ਦੀ ਰਿਸਕ, ਓਬੇਸਿਟੀ ਦੇ ਜਿਹੜਾ ਰਿਸਕ ਆ ਉਹ ਘੱਟ ਜੂਗਾ। ਬਿਮਾਰੀਆਂ ਹੈਗੀਆਂ ਜਿਹੜੀਆਂ ਨੇ ਜਿਵੇਂ ਹਾਰਟ ਡਿਸੀਜ਼ ਆ, ਡਾਇਬਟੀਜ਼ ਆ, ਉਹ ਘੱਟ ਜਾਣਗੀਆਂ ਅਗਰ ਆਪਾਂ ਰੂਰਲ ਏਰੀਆਜ਼ ਦੇ ਵਿੱਚ ਰਹਿ ਰਹੇ ਹਾਂ। ਸੈਕਿੰਡਲੀ ਦੀ ਮੈਜੋਰਿਟੀ ਆਫ ਡਿਵੈਲਪਰਸ ਡਿਸਲਾਈਕ ਸਿਟੀਜ਼। ਉਹ ਕਹਿੰਦੇ ਜਿਹੜੇ ਮੈਜੋਰਿਟੀ ਆਫ ਡਿਵੈਲਪਰਸ ਨੇ, ਰੈਜ਼ੀਡੈਂਟਸ ਨੇ, ਉਹ ਡਿਸਲਾਈਕ ਕਰਦੇ ਆ ਸਿਟੀਜ਼ ਨੂੰ। ਕਿਉਂ? ਬਿਕੋਜ਼ ਸੈਕਿੰਡ ਰੀਜ਼ਨ ਹੈ ਆਪਣਾ, ਬਿਕੋਜ਼ ਆਫ ਦੀ ਹਾਈ ਕੋਸਟ ਆਫ ਲਿਵਿੰਗ ਐਂਡ ਲੈਸ ਸਪੇਸ ਫॉर ਇੰਜੋਇੰਗ ਦਾ ਸਨਸ਼ਾਈਨ ਐਂਡ ਪੂਅਰ ਏਅਰ ਕੁਆਲਿਟੀ। ਤਾਂ ਜਿਹੜਾ ਰਹਿਣ ਦੀ ਕੋਸਟ ਹੈਗੀ ਉਹ ਬਹੁਤ ਜ਼ਿਆਦਾ ਪੈਂਦੀ ਆ ਸਿਟੀ ਦੇ ਵਿੱਚ, ਜਿਹੜੀ ਸਨਸ਼ਾਈਨ ਇੰਜੋਏ ਕਰਨ ਦੀ ਸਪੇਸ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ, ਅਤੇ ਪੂਅਰ ਏਅਰ ਕੁਆਲਿਟੀ ਹੁੰਦੀ ਹੈ। ਇਹ ਤਿੰਨ ਮੇਨ ਰੀਜ਼ਨ ਨੇ ਸਿਟੀਜ਼ ਦੇ ਵਿੱਚ ਲੋਕਾਂ ਦੇ ਨਾ ਰਹਿਣ ਦੇ। ਇਨ ਕੰਟਰਾਸਟ ਹੁਣ ਆਪਾਂ ਸੈਕਿੰਡ ਰੀਜ਼ਨ ਤੋਂ ਬਾਅਦ ਉਹਨੂੰ ਜਸਟੀਫਾਈ ਕਰ ਰਹੇ ਹੈਗੇ ਆ। ਦੀ ਵਿਲੇਜਿਸ ਆਰ ਵੈਰੀ ਮਚ ਅਵੇ ਫਰੋਮ ਸੱਚ ਡਰੋਬੈਕਸ। ਜਿਹੜੇ ਆਪਾਂ ਲਾਸਟ ਲਾਈਨ ਦੇ ਵਿੱਚ 3 ਡਰੋਬੈਕਸ ਲਿਖੇ ਸੀਗੇ, ਉਹਦੇ ਲਈ ਆਪਾਂ ਹੁਣ ਜਸਟੀਫਾਈ ਕਰ ਰਹੇ ਹਾਂ ਵੀ ਜਿਹੜੇ ਵਿਲੇਜਿਸ ਆ ਉਹਨਾਂ ਦੇ ਵਿੱਚ ਇੱਦਾਂ ਦੇ ਜਿਹੜੇ ਡਰੋਬੈਕਸ ਆ ਉਹ ਦੇਖਣ ਨੂੰ ਨਹੀਂ ਮਿਲਦੇ। ਵਿਲੇਜਿਸ ਦੇ ਵਿੱਚ ਕੀ ਹੁੰਦਾ, ਲਿਵਿੰਗ ਕੋਸਟ ਘੱਟ ਹੁੰਦੀ ਹੈਗੀ ਆ, ਆਪਾਂ ਸਨਸ਼ਾਈਨ ਈਜ਼ੀਲੀ ਇੰਜੋਏ ਕਰ ਸਕਦੇ ਹੈਗੇ ਆ, ਆਪਣੇ ਕੋਲ ਜਿਹੜੀ ਏਅਰ ਦੀ ਕੁਆਲਿਟੀ ਉਹ ਵੀ ਅੱਛੀ ਹੁੰਦੀ ਹੈਗੀ ਆ। ਦੇਅਰਫੋਰ ਮਤਲਬ ਹੁਣ ਆਪਾਂ ਕਨਕਲੂਡ ਕਰ ਰਹੇ ਹਾਂ, the countryside prevents an alternative environment where cleaner air can result in both short and long term health benefits। ਕੰਟਰੀ ਸਾਈਡ ਅਗਰ ਆਪਾਂ ਰਵਾਂਗੇ ਤਾਂ ਜਿਹੜਾ ਆਪਣਾ ਇਨਵਾਇਰਮੈਂਟ ਹੋਊਗਾ ਉਹ ਆਪਾਂ ਨੂੰ ਇੱਕ ਕਲੀਨ ਜਿਹੜੀ ਏਅਰ ਹੈਗੀ ਉਹ ਪ੍ਰੋਵਾਈਡ ਕਰੂਗਾ, ਜਿਹਦੇ ਕਰਕੇ ਕੀ ਹੋਊਗਾ, ਆਪਾਂ ਨੂੰ ਲੌਂਗ ਟਰਮ ਸ਼ਾਰਟ ਟਾਈਮ ਦੋਨੋਂ ਜਿਹੜੇ ਹੈਗੇ ਆ ਹੈਲਥ ਬੈਨੀਫਿਟਸ ਮਿਲਣਗੇ। ਤਾਂ ਇਹ ਸੀਗਾ ਆਪਣਾ ਬੋਡੀ ਪੈਰਾਗ੍ਰਾਫ 1। After that, we will talk about the conclusion. In conclusion, despite dash, in my opinion dash, not only dash but also dash। ਤਾਂ ਹੁਣ ਦੇਖੋ ਆਪਾਂ ਪਹਿਲੇ ਇੰਟਰੋ ਦੀ ਗੱਲ ਕੀਤੀ BP1 BP2 ਦੀ, ਬਟ ਆਪਾਂ ਕਿਤੇ ਵੀ ਆਪਣੇ ਓਪੀਨੀਅਨ ਦੀ ਗੱਲ ਨਹੀਂ ਕੀਤੀ ਸੀ।
ਸੋ ਜਿਹੜੀ ਮੇਨ ਫੋਕਸ ਹੈਗਾ ਉਹ ਆਪਾਂ ਇਨ ਮਾਈ ਓਨ ਓਪੀਨੀਅਨ ਦਾ ਜਿਹੜਾ ਹੈਗਾ ਉਹਦੇ ਲਈ ਆਪਾਂ ਇੱਕ ਸੈਪਰੇਟ ਪੈਰਾਗ੍ਰਾਫ ਵੀ ਬਣਾ ਸਕਦੇ ਹੈਗੇ ਆ। ਬਟ ਅਗਰ ਤੁਹਾਨੂੰ ਲੱਗਦਾ ਹੈਗਾ ਤੁਹਾਡੀ ਜਿਹੜੀ ਵਰਡ ਲਿਮਿਟ ਆ ਉਹ ਜ਼ਿਆਦਾ ਹੋ ਜੂਗੀ ਜਾਂ ਤੁਸੀਂ ਜ਼ਿਆਦਾ ਵਰਡਸ ਨਹੀਂ ਲਿਖਣਾ ਚਾਹੁੰਦੇ ਹੈਗੇ, ਤੁਹਾਡੇ ਤੋਂ ਟਾਈਮ ਨਹੀਂ ਮੈਨੇਜ ਹੁੰਦਾ ਹੈਗਾ ਰਾਈਟਿੰਗ ਟਾਈਮ, ਤਾਂ ਤੁਸੀਂ ਜਿਹੜਾ ਆਪਣਾ ਇਨ ਮਾਈ ਓਪੀਨੀਅਨ ਹੈਗਾ ਉਹ ਕਨਕਲੂਜਨ ਦੇ ਵਿੱਚ ਵੀ ਲਿਖ ਸਕਦੇ ਹੋ। ਤੁਹਾਡੇ ਜਿਹੜੇ ਮਾਰਕਸ ਆ ਉਹ ਡਿਡਕਟ ਨਹੀਂ ਹੋਣਗੇ। ਇਨ ਕਨਕਲੂਜਨ ਡਿਸਪਾਈਟ ਸੇਮ ਆਪਾਂ ਟੈਂਪਲੇਟ ਯੂਜ਼ ਕਰ ਰਹੇ ਹਾਂ, ਦੀ ਹੈਲਥੀਅਰ ਓਵਰਆਲ ਲਾਈਫ ਸਟਾਈਲ ਇੰਜੋਇਡ ਇਨ ਦਾ ਕੰਟਰੀ ਸਾਈਡ। ਉਹ ਕਹਿੰਦੇ ਜਿਹੜਾ ਹੈਲਥੀਅਰ ਲਾਈਫ ਸਟਾਈਲ ਹੈਗਾ ਆਪਾਂ ਕੰਟਰੀ ਸਾਈਡ ਦੇ ਵਿੱਚ ਇੰਜੋਏ ਕਰ ਰਹੇ ਹਾਂ। ਬਟ ਜਿਹੜੀਆਂ ਸਮਾਰਟ ਸਿਟੀਜ਼ ਹੈਗੀਆਂ ਨੇ ਉਹ ਅਲਾਉ ਕਰਦੀਆਂ ਨੇ ਇੰਡੀਵਿਜੂਅਲਸ ਨੂੰ, ਸਮਾਰਟ ਸਿਟੀਜ਼ ਅਲਾਉ ਇੰਡੀਵਿਜੂਅਲਸ ਟੂ ਇੰਜੋਏ, ਐਕਸਪਲੋਰ ਐਂਡ ਅਰਨ ਮੋਰ। ਨੋ ਡਾਊਟ ਮਤਲਬ ਬਾਵਜੂਦ ਜਿਹੜੀਆਂ ਰੂਰਲ ਏਰੀਆ ਹੈਗਾ ਉਹ ਆਪਾਂ ਨੂੰ ਹੈਲਦੀ ਲਾਈਫ ਸਟਾਈਲ ਪ੍ਰੋਵਾਈਡ ਕਰ ਰਿਹਾ ਹੈਗਾ। ਬਟ ਜਿਹੜੀਆਂ ਸਮਾਰਟ ਸਿਟੀਜ਼ ਨੇ ਉਹ ਵੀ ਆਪਾਂ ਨੂੰ ਇੰਜੋਏ ਕਰਨ ਦਾ ਮੌਕਾ ਦੇ ਰਹੇ ਨੇ, ਮਤਲਬ ਆਪਾਂ ਨੂੰ ਡਿਫਰੈਂਟ ਇੰਟਰਟੇਨਮੈਂਟ ਫੈਸਿਲਿਟੀਜ਼ ਦੇ ਰਹੇ ਨੇ, ਆਪਾਂ ਨੂੰ ਐਕਸਪਲੋਰ ਕਰਨ ਦਾ ਮੌਕਾ ਦੇ ਰਹੇ ਨੇ, ਡਿਫਰੈਂਟ ਲੋਕਾਂ ਨਾਲ ਮਿਲਣ ਦਾ ਮੌਕਾ ਦੇ ਰਹੀਆਂ ਨੇ, ਅਰਨ ਮੋਰ ਮਤਲਬ ਆਪਾਂ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕਰ ਰਹੀਆਂ ਨੇ। ਤਾਂ ਆਪਾਂ ਜਿਹੜੇ ਦੋਨੋਂ ਵਿਊ ਪੁਆਇੰਟ ਆ ਉਹ ਆਪਾਂ ਇੱਕ ਲਾਈਨ ਦੇ ਵਿੱਚ ਹੀ ਕਨਕਲੂਡ ਕਰਨੇ ਨੇ ਕਨਕਲੂਜਨ ਦੇ ਵਿੱਚ। ਉਸ ਤੋਂ ਬਾਅਦ ਆਪਾਂ ਆਪਣਾ ਓਪੀਨੀਅਨ ਦੇਣਾ ਹੈਗਾ। ਇਨ ਮਾਈ ਓਪੀਨੀਅਨ ਸਿਟੀ ਲਾਈਫ ਨਾਟ ਓਨਲੀ ਪ੍ਰਮੋਟਸ ਕਲਚਰਲ ਡਾਇਵਰਸਿਟੀ ਬਟ ਆਲਸੋ ਸੈਟਿਸਫਾਈ human needs and wants by creating employment opportunities। ਤਾਂ ਉਹ ਕੀ ਕਹਿ ਰਹੇ ਨੇ, ਜਿਹੜੀ ਸਿਟੀ ਲਾਈਫ ਉਹ ਇਕੱਲੀ ਕਲਚਰਲ ਡਾਇਵਰਸਿਟੀ ਨੂੰ ਹੀ ਪ੍ਰਮੋਟ ਨਹੀਂ ਕਰ ਰਹੇਗੀ, ਉਸ ਦੇ ਨਾਲ ਨਾਲ ਜਿਹੜੇ ਹਿਊਮਨ ਨੀਡਸ ਨੇ, ਜਿਹੜੀਆਂ ਹਿਊਮਨ ਦੀਆਂ ਵਾਂਟਸ ਨੇ ਉਹ ਵੀ ਪੂਰੀਆਂ ਕਰ ਰਹੀ ਨੇ। ਕਿਵੇਂ ਕਰ ਰਹੀ ਹੈ? ਕਿਉਂਕਿ ਉਹਨਾਂ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕਰ ਰਹੀ ਹੈ। ਜੇ ਕੋਈ ਪਰਸਨ ਆ ਉਹ ਅਰਨ ਕਰ ਰਿਹਾ, ਉਹਦੇ ਕੋਲ ਜੋਬ ਆ, ਫਿਰ ਹੀ ਉਹ ਆਪਦੀਆਂ ਜਿਹੜੀਆਂ ਨੀਡਸ ਤੇ ਵਾਂਟਸ ਆ ਉਹ ਪੂਰੀਆਂ ਕਰ ਸਕਦਾ ਹੈਗਾ ਅੱਜ ਦੇ ਟਾਈਮ ਦੇ ਵਿੱਚ। ਤਾਂ ਇਹ ਸੀਗਾ ਆਪਣਾ ਓਪੀਨੀਅਨ। ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ ਵੀ ਜੇ ਤੁਸੀਂ ਇੰਟਰੋ ਦੇ ਵਿੱਚ ਫਾਰਮਰ ਵਿਊ ਲਿਖਿਆ ਹੈਗਾ ਤਾਂ ਤੁਸੀਂ ਇਨ ਮਾਈ ਓਪੀਨੀਅਨ ਕਨਕਲੂਜਨ ਦੇ ਵਿੱਚ ਵੀ ਫਾਰਮਰ ਵਿਊ ਦੀ ਉਹੀ ਗੱਲ ਕਰੋਗੇ। ਜੇ ਉੱਥੇ ਤੁਸੀਂ ਲੇਟਰ ਲਿਖਿਆ ਤਾਂ ਤੁਸੀਂ ਲੇਟਰ ਦੀ ਹੀ ਗੱਲ ਕਰੋਗੇ। ਫਾਰਮਰ ਵਿਊ ਸੀਗਾ ਜਿਹੜਾ ਆਪਣਾ ਸਿਟੀ ਸੀਗਾ, ਮੈਂ ਸਿਟੀ ਨਾਲ ਹੀ ਐਗਰੀ ਕੀਤਾ ਸੀ, ਤਾਂ ਆਪਾਂ ਕਨਕਲੂਜਨ ਦੇ ਵਿੱਚ ਵੀ ਸਿਟੀ ਨਾਲ ਹੀ ਐਗਰੀ ਕਰਕੇ ਉਸ ਲਾਈਨ ਨੂੰ ਐਕਸਪਲੇਨ ਕੀਤਾ ਹੈਗਾ। ਸੋ ਇਹ ਸੀਗਾ ਆਪਣਾ ਕਨਕਲੂਜਨ। ਆਪਣਾ ਟਾਸਕ 2 ਕੰਪਲੀਟ ਹੋ ਗਿਆ ਹੈ। ਸੋ ਜਿਹੜੀ ਨੈਕਸਟ ਸਲਾਈਡ ਹੈ ਇਹਦੇ ਵਿੱਚ ਹੁਣ ਤੁਹਾਨੂੰ ਇੱਕ ਫਾਈਨਲ ਟੈਂਪਲੇਟ ਦੇਖਣ ਨੂੰ ਮਿਲ ਰਿਹਾ ਹੈਗਾ ਟਾਸਕ 2 ਦਾ। ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਇਹਨੂੰ ਰੀਰਾਈਟ ਕਰ ਸਕਦੇ ਹੋ, ਕਿਉਂਕਿ ਜਿੰਨਾ ਚਿਰ ਤੁਸੀਂ ਇਹਨੂੰ ਰੀਰਾਈਟ ਨਹੀਂ ਕਰੋਗੇ ਤਾਂ ਤੁਹਾਨੂੰ ਨਹੀਂ ਪਤਾ ਲੱਗੇਗਾ ਵੀ ਵਰਡਸ ਵਗੈਰਾ ਕਿਸ ਤਰ੍ਹਾਂ ਲਿਖਣੇ ਆ, ਜਿਹੜੇ ਆਪਾਂ ਪੰਕਚੁਏਸ਼ਨਸ ਯੂਜ਼ ਕੀਤੀਆਂ ਨੇ ਉਹ ਕਿਸ ਤਰ੍ਹਾਂ ਕਰਨੀਆਂ ਨੇ। ਅਗਰ ਤੁਸੀਂ ਪੰਕਚੁਏਸ਼ਨ ਦਾ ਪ੍ਰੋਪਰ ਯੂਜ਼ ਨਹੀਂ ਕਰੋਗੇ ਟਾਸਕ 2 ਦੇ ਵਿੱਚ, ਟਾਸਕ 1 ਦੇ ਵਿੱਚ, ਤਾਂ ਵੀ ਤੁਹਾਡੇ ਬੈਂਡ ਸਕੋਰ ਆ ਜਿਹੜੇ ਉਹ ਡਿਡਕਟ ਹੋ ਜਾਣਗੇ। ਤਾਂ ਟਰਾਈ ਕਰੋ ਕਿ ਤੁਸੀਂ ਇਹ ਟੈਂਪਲੇਟ ਯਾਦ ਕਰ ਲਓ ਜਦੋਂ ਵੀ ਤੁਸੀਂ ਆਪਦਾ ਮੌਕ ਟੈਸਟ ਦਿਓ। ਪਹਿਲਾਂ ਇਹਨੂੰ ਘਰੇ ਪ੍ਰੈਕਟਿਸ ਕਰੋ, ਕਲਾਸ 'ਚ ਪ੍ਰੈਕਟਿਸ ਕਰੋ। ਮੌਕ ਟੈਸਟ ਟਾਈਮ ਤੁਸੀਂ ਇਹਨੂੰ ਯੂਜ਼ ਕਰਕੇ ਵਧੀਆ ਬੈਂਡ ਸਕੋਰ ਲੈ ਸਕਦੇ ਹੋ। ਦੈਨ ਫਾਈਨਲ ਐਗਜ਼ਾਮ ਦੇ ਵਿੱਚ ਇਹਨੂੰ ਯੂਜ਼ ਕਰੋ ਵਿਦ ਦਾ ਹੈਲਪ ਆਫ ਪ੍ਰੋਪਰ ਲਾਈਕ ਵਰਡਸ, ਸੈਂਟੈਂਸ ਫਾਰਮੇਸ਼ਨ, ਕੈਪੀਟਲ ਵਰਡਸ ਦਾ ਧਿਆਨ ਰੱਖੋ ਐਂਡ ਪ੍ਰੋਪਰ ਯੂਜ਼ ਆਫ ਪੰਕਚੁਏਸ਼ਨਸ। ਆਫਟਰ ਦੈਟ ਤੁਹਾਨੂੰ ਇਹ ਫਾਈਨਲ ਸੈਂਪਲ ਪੇਪਰ ਦੇਖਣ ਨੂੰ ਮਿਲ ਜਾਏਗਾ। ਜੋ ਵੀ ਆਪਾਂ ਟੈਂਪਲੇਟ ਨੂੰ ਯੂਜ਼ ਕਰਕੇ ਫਾਈਨਲ ਟਾਸਕ 2 ਲਿਖਿਆ ਸੀਗਾ ਇਹਦੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਤਾਂ ਪਹਿਲਾਂ ਆਪਣੀ ਇੰਟਰੋ ਹੈ, ਫਿਰ ਆਪਣਾ BP1 ਹੋ ਜਾਏਗਾ, ਫਿਰ ਆਪਣਾ BP2 ਹੈ, ਦੈਨ ਆਪਣਾ ਕਨਕਲੂਜਨ ਹੈ। ਸੋ ਇਹ ਜਿਹੜਾ ਸਾਰੇ ਦਾ ਸਾਰਾ ਟਾਸਕ 2 ਹੈਗਾ ਇਹ ਆਪਾਂ ਵਾਈਂਡ ਅਪ ਕਰਤਾ ਹੈਗਾ। ਸੋ ਆਈ ਹੋਪ ਤੁਸੀਂ ਅੱਜ ਦੀ ਵੀਡੀਓ ਤੋਂ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਜਿਹੜੀ ਇਨਫੋਰਮੇਸ਼ਨ ਉਹ ਗੇਨ ਕੀਤੀ ਹੋਏਗੀ। ਆਈ ਹੋਪ ਤੁਹਾਨੂੰ ਸਾਰਾ ਕੁਛ ਅੰਡਰਸਟੈਂਡ ਹੋ ਗਿਆ ਹੋਏਗਾ। ਅਗਰ ਗਾਈਜ਼ ਤੁਹਾਨੂੰ ਕੋਈ ਵੀ ਡਾਊਟ ਹੈ, ਤੁਹਾਨੂੰ ਕੁਛ ਵੀ ਨਹੀਂ ਸਮਝ ਲੱਗਾਗਾ ਅੱਜ ਵਾਲੇ ਟੈਂਪਲੇਟ ਜਾਂ ਟਾਸਕ ਨੂੰ ਲੈ ਕੇ, ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਐਂਡ ਮੈਂ ਆਲਸੋ ਜਿਹੜੀ ਆਪਣੀ ਈਮੇਲ ਆ ਉਹ ਮੈਂਸ਼ਨ ਕਰ ਦਾਂਗੀ, ਤੁਸੀਂ ਈਮੇਲ ਕਰ ਸਕਦੇ ਹੋ ਅਗਰ ਤੁਸੀਂ ਕੁਛ ਵੀ ਪੁੱਛਣਾ ਹੋਏਗਾ। ਸੋ ਵਟਸ ਨੈਕਸਟ? ਸੋ ਇਟਸ ਵੈਰੀ ਲਾਈਕ ਸਰਪ੍ਰਾਈਜ਼ਿੰਗ ਫॉर ਆਲ ਆਫ ਯੂ। ਲਾਈਕ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਣਾ ਜਿਹੜਾ ਪਾਰਟ ਆ ਉਹ ਮਿਸ ਹੋ ਗਿਆ ਹੈਗਾ, ਤਾਂ ਉਹ ਮੈਂ ਟਰਾਈ ਕਰਾਂਗੀ ਕਿ ਨੈਕਸਟ ਵੀਡੀਓ ਦੇ ਵਿੱਚ ਮੈਂ ਅਪਲੋਡ ਕਰ ਸਕਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਟਰਾਈ ਕਰਾਂਗੇ ਕਿ ਆਪਾਂ ਸਮਝ ਸਕੀਏ ਹਾਊ ਟੂ ਰਾਈਟ ਐਨ ਐਗਜ਼ਾਮਪਲ ਇਨ ਟਾਸਕ 2। ਸੋ ਜਿਹੜਾ ਅੱਜ ਆਪਾਂ ਟਾਸਕ 2 ਲਿਖਿਆ ਸੀ ਉਹਦੇ ਵਿੱਚ ਆਪਾਂ ਐਗਜ਼ਾਮਪਲ ਨਹੀਂ ਲਿਖੀ ਹੈਗੀ। ਐਗਜ਼ਾਮਪਲ ਲਿਖਣਾ ਮੈਂਡੇਟਰੀ ਹੈ। ਵਿਦਾਊਟ ਐਗਜ਼ਾਮਪਲ ਤੁਹਾਡੇ ਮਾਰਕਸ ਹੈਗੇ ਜਿਹੜੇ ਉਹ ਡਿਡਕਟ ਹੋ ਜਾਣਗੇ। ਅੱਜ ਮੈਂ ਤੁਹਾਨੂੰ ਐਗਜ਼ਾਮਪਲ ਇਸ ਲਈ ਨਹੀਂ ਕਰਵਾਏ ਬਿਕੋਜ਼ ਉਹ ਸਾਰਾ ਜਿਹੜਾ ਟੌਪਿਕ ਸੀ ਉਹ ਕਨਫਿਊਜ਼ ਹੋ ਜਾਣਾ ਸੀ ਤੁਸੀਂ ਉਹਦੇ ਵਿੱਚ। ਤਾਂ ਐਗਜ਼ਾਮਪਲ ਦੇ ਲਈ ਮੈਂ ਤੁਹਾਡੇ ਲਈ ਇੱਕ ਸੈਪਰੇਟ ਵੀਡੀਓ ਸ਼ੇਅਰ ਕਰ ਦਾਂਗੀ ਸੋ ਦੈਟ ਤੁਹਾਨੂੰ ਐਗਜ਼ਾਮਪਲ ਦੀ ਅੰਡਰਸਟੈਂਡਿੰਗ ਹੋ ਜਾਏ। ਹਾਊ ਟੂ ਯੂਜ਼ ਕਨੈਕਟਰਸ, ਕਨੈਕਟਰ ਕਿਸ ਤਰੀਕੇ ਦੇ ਨਾਲ ਯੂਜ਼ ਕਰਨੇ ਹੈਗੇ ਉਹਦੀ ਅੰਡਰਸਟੈਂਡਿੰਗ ਹੋ ਜਾਏ ਤੁਹਾਨੂੰ। ਕਿਉਂਕਿ ਜਿਹੜੇ ਕਨੈਕਟਰਸ ਹੈਗੇ ਉਹ 2 ਤਰ੍ਹਾਂ ਦੇ ਹੁੰਦੇ ਨੇ। ਕੁਝ ਕੁ ਕਨੈਕਟਰ ਪੋਜ਼ੀਟਿਵ ਮੀਨਿੰਗ ਸ਼ੋ ਕਰਦੇ ਆ, ਕੁਝ ਕੁ ਕਨੈਕਟਰ ਜਿਹੜੇ ਉਹ ਨੈਗੇਟਿਵ ਔਰ ਆਪੋਜ਼ਿਟ ਮੀਨਿੰਗ ਸ਼ੋ ਕਰਦੇ ਹੈਗੇ। ਉਹਦੀ ਅੰਡਰਸਟੈਂਡਿੰਗ ਹੋਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਕਨੈਕਟਰ ਨਹੀਂ ਲਗਾ ਸਕਦੇਗੇ। ਅਗਰ ਤੁਸੀਂ ਆਪਦੀ ਮਰਜ਼ੀ ਦੇ ਨਾਲ ਕਿਤੇ ਵੀ ਗਲਤ ਕਨੈਕਟਰ ਲਗਾਤਾ ਤਾਂ ਤੁਹਾਡੇ ਅਗੇਨ ਮਾਰਕਸ ਡਿਡਕਟ ਹੋ ਜਾਣਗੇ।
ਹਾਊ ਟੂ ਮੇਕ ਇਫੈਕਟਿਵ ਸੈਂਟੈਂਸ ਸਟਰਕਚਰਸ ਇਨ ਟਾਸਕ 2। ਜੇ ਤੁਹਾਨੂੰ ਸੈਂਟੈਂਸ ਸਟਰਕਚਰ ਵਧੀਆ ਤਰੀਕੇ ਦੇ ਨਾਲ ਆਉਣ ਲੱਗ ਜਾਣਗੇ ਤਾਂ ਤੁਹਾਡੇ ਜਿਹੜੇ ਬੈਂਡ ਸਕੋਰ ਆ ਹੋਰ ਇੰਪਰੂਵ ਹੋ ਜਾਣਗੇ। ਅਗਰ ਆਪਣੇ ਕੋਲ ਪੰਜਾਬੀ ਦੇ ਵਿੱਚ ਆਈਡੀਆਜ਼ ਹੈ ਬਟ ਆਪਾਂ ਉਹਨੂੰ ਸੈਂਟੈਂਸ ਦੀ ਫਾਰਮ ਦੇ ਵਿੱਚ ਫਰੇਮ ਨਹੀਂ ਕਰ ਪਾ ਰਹੇ ਤਾਂ ਵੀ ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹ ਡਿਡਕਟ ਹੋ ਜਾਂਦੇ ਆ। ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹ ਚੀਜ਼ ਲਰਨ ਕਰਾਂਗੇ। ਸੋ ਥੈਂਕ ਯੂ ਫॉर योर ਅਟੈਂਸ਼ਨ ਐਵਰੀਬਡੀ। ਸੋ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ YouTube ਚੈਨਲ। ਲਾਈਕ ਤੁਸੀਂ ਸਾਰੇ ਵੀਡੀਓਜ਼ ਤਾਂ ਦੇਖ ਰਹੇ ਹੋ ਬਟ ਕੋਈ ਵੀ ਲਾਈਕ ਸਬਸਕ੍ਰਾਈਬ ਨਹੀਂ ਕਰ ਰਿਹਾ ਹੈਗਾ। ਸੋ ਪਲੀਜ਼ ਗਾਇਜ਼ ਸਬਸਕ੍ਰਾਈਬ ਮਾਈ ਚੈਨਲ so that I will again I can say that like I will feel motivate। so inspired IELTS 9581 at the rate gmail.com ਜਿਹੜੀ ਮੇਰੀ ਈਮੇਲ ਹੈਗੀ ਆ। ਤੁਹਾਨੂੰ ਕੋਈ ਵੀ ਡਾਊਟ ਹੈਗਾ, ਤੁਹਾਨੂੰ ਕੁਝ ਵੀ ਨਹੀਂ ਸਮਝ ਲੱਗਾਗਾ, ਤੁਸੀਂ ਈਮੇਲ ਕਰ ਸਕਦੇ ਹੋ। ਸੋ ਥੈਂਕ ਯੂ, ਬਾਏ।